JB Truck Repair, Yuba City, Certified Cummins, Detroit Freightliner, Western Star, Volvo, Caterpillar ਅਤੇ Series 60 ਇੰਜਨਸ, ਇੰਟਰਨੈਸ਼ਨਲ ਅਤੇ ਆਟੋਮੈਟਿਕ ਟਰਾਂਸਮਿਸ਼ਨਸ, 5 ਸਾਲ ਦਾ ਫਰੇਟਲਾਈਨ ਡੀਲਰਸ਼ਿਪ ਦਾ ਐਕਸਪੀਰੀਅੰਸ। ਇਹ ਇੰਜਨ, ਟਰੱਕ, ਟ੍ਰੇਲਰ, AC, ਇਲੈਕਟ੍ਰੀਕਲ, DPF, DEF ਰਿਪੇਅਰ ਕਰਦੇ ਹਨ। ਟਰਾਂਸਮਿਸ਼ਨ, ਰੀਅਰ ਐਂਡ, ਬ੍ਰੇਕਸ, ਆਇਲ ਚੇਂਜ ਕਰ ਦਿੰਦੇ ਹਨ। ਸਰਟੀਫਾਈਡ 90 ਡੇ DOT ਇੰਸਪੈਕਸ਼ਨ ਅਤੇ ਸਰਟੀਫਾਈਡ ਐਨੂਅਲ ਫੈਡਰਲ DOT ਇੰਸਪੈਕਸ਼ਨ ਕਰਦੇ ਹਨ। 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7। ਨਵੇਂ ਕਸਟਮਰਸ ਲਈ 10% ਡਿਸਕਾਊਂਟ। ਹਫਤੇ ਦੇ 7 ਦਿਨ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916 696 0634 ਜਾਂ ਜਗਰਾਜ ਬਲ 530 339 15। ਐਡਰੈਸ 3894 ਰੇਲ ਰੋਡ ਐਵਨਿਊ, ਯੂਬਾ ਸਿਟੀ। ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ ਜੀ। ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਮੁੜ ਤੋਂ ਸਵਾਗਤ ਹੈ। ਮੈਂ ਸਵਰਨ ਸਿੰਘ ਦਾਨੇਵਾਲੀਆ ਤੇ ਮੇਰੇ ਨਾਲ ਸਰਦਾਰ ਜਸਵੀਰ ਸਿੰਘ ਭੱਟੀ ਹੋਰੀ ਇਸ ਵਕਤ ਅੰਮ੍ਰਿਤਸਰ ਤੋਂ ਜੁੜ ਗਏ ਨੇ ਜੀ। ਭੱਟੀ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭੱਟੀ ਸਾਹਿਬ, ਸਭ ਤੋਂ ਵੱਡੀ ਗੱਲ, ਹਜ਼ੂਰ ਸਾਹਿਬ ਤੋਂ ਸ਼ਰਧਾਲੂ ਜਿਹੜੇ ਆਏ ਨੇ ਉਹ ਵੱਖ-ਵੱਖ ਥਾਵਾਂ ਤੋਂ ਤੰਦਰੁਸਤ ਹੋ ਕੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਘਰਾਂ ਨੂੰ ਜਾ ਰਹੇ ਨੇ। ਪੰਜਾਬ 'ਚੋਂ ਕਾਫੀ ਥਾਵਾਂ ਤੋਂ ਸੁਖਦ ਖਬਰਾਂ ਆ ਰਹੀਆਂ ਨੇ। ਇਹ ਤੁਹਾਡੀ ਗੱਲ ਬਿਲਕੁਲ ਠੀਕ ਆ ਜੀ। ਅੰਮ੍ਰਿਤਸਰ ਦੇ ਵਿੱਚ ਵੀ ਜਿੰਨੇ ਸ਼ਰਧਾਲੂ ਰੱਖੇ ਗਏ ਸੀ ਉਹਨਾਂ ਦੇ ਵਿੱਚੋਂ ਬਹੁਤੇ ਸ਼ਰਧਾਲੂ ਠੀਕ ਹੋ ਗਏ ਜੀ। ਠੀਕ ਨਹੀਂ ਹੋ ਗਏ, ਠੀਕ ਕਰਾ ਦਿੱਤੇ ਗਏ। ਉਹਦਾ ਕਾਰਨ ਇਹ ਆ ਵੀ ਸ਼ਰਧਾਲੂ ਤੋਂ ਸ਼ੁਰੂ ਤੋਂ ਕਹਿੰਦੇ ਰਹੇ ਸਾਨੂੰ ਕੋਈ ਪ੍ਰੋਬਲਮ ਨਹੀਂ, ਸਾਡੀ ਕੋਈ ਸਿਰ ਪੀੜ ਨਹੀਂ, ਸਾਡੀ ਕੋਈ ਢਿੱਡ ਪੀੜ ਨਹੀਂ, ਸਾਡੇ ਕੋਈ ਪ੍ਰੋਬਲਮ ਨਹੀਂ, ਸਾਨੂੰ ਤੁਸੀਂ ਰੱਖਿਆ ਇੱਥੇ ਕਾਹਦੇ ਵਾਸਤੇ ਆ। ਜੀ ਜੀ। ਲੇਕਿਨ ਡਾਕਟਰ ਸੰਤੋਖ ਸਿੰਘ ਇਹਦੇ ਬਾਰੇ ਕੁਝ ਕਹਿ ਰਹੇ ਨੇ। ਉਹ ਕਹਿੰਦੇ ਜੀ ਇਹਦੇ ਫਿਰ 2 ਪ੍ਰਕਾਰ ਦੀ ਕਿੱਟ ਹੁੰਦੀ ਹੈ ਜੀ। ਇੱਕ ਰੈਪਿਡ ਕਿੱਟ ਹੁੰਦੀ ਆ ਜੀ ਤੇ ਇੱਕ ਹੁੰਦੀ ਆ ਟ੍ਰਾਂਸਕ੍ਰਿਪਸ਼ਨ ਪੋਲੀਮਰਸ ਚੇਨ ਰਿਐਕਸ਼ਨ। ਅੱਛਾ ਜੀ। ਜਿਹੜੀ ਰੈਪਿਡ ਕਿੱਟ ਉਹ ਖੂਨ ਦੇ ਨਾਲ ਵੇਖਦੇ ਟੈਸਟ ਕਰਕੇ ਵੀ ਜੇ ਤਾਂ ਉਹਦੇ 'ਚ ਇੱਕ ਲਾਈਨ ਆ ਗਈ ਤੇ ਫਿਰ ਤੋਂ ਉਹ ਕਹਿੰਦਾ ਨੈਗੇਟਿਵ, ਜੇ 2 ਆ ਗਿਆ ਤੇ ਕਹਿੰਦਾ ਪੋਜ਼ਿਟਿਵ ਜੀ। ਇਹ ਜ਼ਿਆਦਾਤਰ ਟੈਸਟ ਜਿਹੜੇ ਰੈਪਿਡ ਟੈਸਟ ਨਾਲ ਕਰਦੇ। ਜਿਹੜੀ ਦੂਸਰੀ ਜਿਹੜੀ ਆ ਉਹਦੇ ਨਾਲ ਜਿਹੜਾ ਕਿੱਟ ਆ ਉਹਦੇ ਨਾਲ ਜਿਹੜਾ ਵਾ ਉਹ ਘੱਟੋ ਘੱਟ 24 ਘੰਟੇ ਲੈ ਕੇ 72 ਘੰਟੇ ਬਾਅਦ ਰਿਜ਼ਲਟ ਆਉਂਦਾ ਤੇ ਬੜੀ ਮਹਿੰਗੀ ਪੈਂਦੀ। ਹੁਣ ਰੈਪਿਡ ਟੈਸਟ ਕਰੀ ਜਾਂਦੇ, ਬਾਰ-ਬਾਰ ਕਰੀ ਜਾਂਦੇ, ਬੜੀ ਜਦੋਂ ਉਹ ਆ ਜਾਂਦਾ ਵੀ ਉਹ ਨੈਗੇਟਿਵ ਆ ਤਾਂ ਫਿਰ ਘਰ ਨੂੰ ਭੇਜ ਦਿੰਦੇ ਆ ਜੀ। ਹੁਣ ਇਹਨਾਂ ਕੋਈ 10 ਦਿਨ ਬਾਅਦ, ਕੋਈ 12 ਦਿਨ ਬਾਅਦ, ਕੋਈ 13 ਦਿਨ ਬਾਅਦ ਜਿਹੜੇ ਸੀ, ਕੱਲ ਇਹਨਾਂ ਨੇ 25 ਜਵਾਨ ਜਿਹੜੇ 25 ਸੀ ਸ਼ਰਧਾਲੂ ਘਰ ਭੇਜੇ ਸੀ ਤੇ ਅੱਜ ਫਿਰ 19 ਸ਼ਰਧਾਲੂ ਤੇ ਇੱਕ ਲੜਕਾ ਹੋਰ ਸੀਗਾ ਜੀ ਜਿਹੜਾ 7 ਅਪ੍ਰੈਲ ਨੂੰ ਆਇਆ ਸੀ। ਇਹਨਾਂ 20 ਬੰਦਿਆਂ ਨੂੰ ਅੱਜ ਉਹਨਾਂ ਨੇ ਇੱਥੋਂ ਰਿਲੀਜ਼ ਕੀਤਾ ਵਾ। ਅੱਛਾ ਜੀ। ਤਾੜੀਆਂ ਮਾਰ ਕੇ ਬੜਾ ਉਹਨਾਂ ਦਾ ਸਵਾਗਤ ਕੀਤਾ ਵੀ ਤੁਸੀਂ ਘਰੋਂ ਜਾ ਰਹੇ ਹੋ। ਉਹਨਾਂ ਨੇ ਵੀ ਕਿਹਾ ਇੱਥੇ ਵੀ ਸਾਨੂੰ ਬੜੀ ਕੋਈ ਮੁਸ਼ਕਿਲ ਨਹੀਂ ਆਈ, ਬੜੀਆਂ ਸਹੂਲਤਾਂ ਦਿੱਤੀਆਂ ਸਾਨੂੰ, ਸਾਡੀ ਕਿਸੇ ਪ੍ਰਕਾਰ ਦੀ ਜਿਹੜੀ ਇੱਥੇ ਸਾਨੂੰ ਦਿੱਕਤ ਨਹੀਂ ਆਈ ਜੀ। ਸਵਾਲ ਇਹ ਪੈਦਾ ਹੁੰਦਾ ਵੀ ਚਲੋ ਜਿਹੜੀ ਮਰਜ਼ੀ ਤੁਸੀਂ ਕਿਤਨਾ ਟੈਸਟ ਕਰੋ ਨਾ ਕਰੋ ਵੱਖਰੀ ਗੱਲ, ਉਹ ਡਾਕਟਰ ਦਾ ਕੰਮ, ਸਾਡਾ ਕੰਮ ਨਹੀਂ ਜੀ। ਲੇਕਿਨ ਜਿਹੜੇ ਮੀਡੀਏ ਨੇ ਕਹਿਤਾ ਸੀ, ਜਿਹੜੇ ਸਾਡੇ ਬਲਬੀਰ ਸਿੰਘ ਸਿੱਧੂ ਨੇ ਕਹਿਤਾ ਸੀ ਵੀ ਇਹ ਬੰਬ ਨੇ, ਇੱਕ ਤੁਹਾਡਾ ਸੰਬੰਧ ਕਪਾਤਰਾਂ ਨੇ ਕਹਿਤਾ ਸੀ ਬੰਬ ਨੇ ਪੰਜਾਬ ਵਾਸਤੇ, ਮਤਲਬ ਮੇਰਾ ਕਹਿਣ ਤੋਂ ਭਾਵ ਉਹ ਹੁਣ ਕਿੱਥੇ ਖੜੇ ਨੇ? ਉਹੀ ਤਾਂ ਗੱਲ ਆ, ਉਹਦਾ ਜਵਾਬ ਕੌਣ ਦੇਊਗਾ? ਅੱਜ ਦੀ ਡੇਟ 'ਚ ਜਵਾਬ ਦੇਵੇ ਉਹ ਮੀਡੀਆ, ਜਵਾਬ ਦੇਵੇ। ਜਿਹੜੇ ਮੀਡੀਆ ਨੂੰ ਜਾ ਕੇ ਇੰਟਰਵਿਊ ਕਰਦਾ ਉਹ ਦੱਸੇ ਵੀ ਭਾਈ ਇੰਨੇ ਮਰੀਜ਼ ਚਲੇ ਗਏ, ਇੰਨੇ ਰਹਿ ਗਏ ਤਾਂ ਵੀ ਚਲੇ ਜਾਣੇ ਜੀ। ਅੰਦਰ ਦੀ ਰਿਪੋਰਟ ਦੇ ਮੁਤਾਬਕ ਜਿੰਨੇ ਵੀ 200 ਦੇ ਕਰੀਬ ਮਰੀਜ਼ ਅੰਮ੍ਰਿਤਸਰ ਹੈਗੇ ਜੀ, 216 ਕੇ 220 ਸੀ ਜਿਹੜੇ ਸ਼ਰਧਾਲੂ ਸੀਗੇ ਜੀ, ਉਹ ਲਗਭਗ ਸਾਰੇ ਹੀ ਨੈਗੇਟਿਵ ਹੋ ਚੁੱਕੇ ਆ। ਅੱਛਾ ਜੀ। ਵਾਰੀ ਨੂੰ ਰਿਲੀਜ਼ ਕਰ ਰਹੇ, 25 ਕੱਲ ਕੀਤੇ ਆ, 19 ਅੱਜ ਕੀਤੇ, ਕੱਲ ਫਿਰ ਹੋਰ ਕਰ ਦੇਣਗੇ, ਪਰਸੋਂ ਕਰ ਦੇਣਗੇ। ਅੰਦਰ ਡਾਕਟਰ ਕਿਸੇ ਕਿਹਾ ਸੀ ਕਿ ਸਾਰੇ ਨੈਗੇਟਿਵ ਨੇ, ਇਹਨਾਂ ਦੀ ਕੋਈ ਪ੍ਰੋਬਲਮ ਨਹੀਂ, ਇਹਨਾਂ ਨੂੰ ਅਸੀਂ ਰਿਲੀਜ਼ ਕਰ ਰਹੇ ਆ ਜੀ। ਤੇ ਫਿਰ ਰੌਲਾ ਜਾਣ ਕੇ ਪਾਉਣ ਦੀ ਲੋੜ ਸੀਗੀ। ਹੁਣ ਵੀ ਤੁਸੀਂ ਕਹਿ ਰਹੇ ਹੋ ਵੀ ਜਿਹੜੇ ਦੂਸਰੀਆਂ ਸਟੇਟਾਂ ਤੋਂ ਬਾਈ 에ਅਰ ਜਾਂ ਬਾਈ ਟ੍ਰੇਨ ਆਉਣਗੇ ਉਹਨਾਂ ਨੂੰ ਘਰ ਦੇ ਵਿੱਚ ਆਈਸੋਲੇਟ ਕੀਤਾ ਜਾਊਗਾ ਜੀ। ਇਹਨਾਂ ਨੂੰ ਘਰਾਂ 'ਚ ਰਹਿਣ ਦੇਣ ਦਿਓ। ਜਦੋਂ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ, ਕੋਈ ਸਿਰ ਪੀੜ ਨਹੀਂ, ਕੋਈ ਢਿੱਡ ਪੀੜ ਨਹੀਂ, ਕੁਛ ਨਹੀਂ ਹੈਗਾ। ਲੇਕਿਨ ਇਹਦੇ ਵਿੱਚ ਕੋਈ ਡਾਕਟਰ ਨੇ ਇਹ ਵੀ ਕਹਿਣਾ ਵਾ ਵੀ ਇਹ ਜਿਹੜਾ ਕਰੋਨਾ ਕਈ ਕਿਸਮ ਦਾ ਹੋਣ ਕਰਕੇ ਕਈ ਵਾਰੀ ਬੰਦੇ ਨੂੰ ਪ੍ਰੋਬਲਮ ਕੋਈ ਨਹੀਂ ਹੁੰਦੀ ਜੀ, ਟੈਸਟ ਦੇ ਵਿੱਚ ਵੀ ਨੈਗੇਟਿਵ ਹੁੰਦਾ ਵਾ, ਲੇਕਿਨ ਉਹ ਕਰੋਨਾ ਅੱਗੇ ਵੱਢੀ ਜਾਂਦਾ ਵਾ। ਇਸ ਕਰਕੇ ਬੜਾ ਭੰਬਲ ਭੂਸਾ ਪਿਆ ਵਾ। ਇਸੇ ਕਰਕੇ ਤੁਹਾਡੇ ਜਿਹੜੇ ਹੈਗੇ ਆ ਬ੍ਰਿਟਿਸ਼ ਦੇ ਪ੍ਰਧਾਨ ਮੰਤਰੀ ਨੇ ਕਹਿ ਦਿੱਤਾ ਵੀ ਇਹਦੀ ਕੋਈ ਦਵਾਈ ਨਹੀਂ ਹੈਗੀ ਜੀ, ਨਾ ਦਵਾਈ ਲੱਭਣੀ ਇਹਦੀ। ਇਹਦੇ ਨਾਲ ਤੁਸੀਂ ਜੀਣਾ ਸਿੱਖ ਲਓ ਵੀ ਜੀਣਾ ਕਿਵੇਂ, ਆਪਾਂ ਆਪਣਾ ਬਚਾਅ ਕਿਵੇਂ ਕਰਨਾ, ਆਪਣਾ ਬਚਾਅ ਕਰਕੇ ਜੀਣ ਜਾ ਸਿੱਖ ਲਓ। ਲੇਕਿਨ ਇੰਨੀ ਗੱਲ ਹੀ ਫਿਰ ਕਵਾਂਗੇ ਜੀ
ਵੀ ਜਿਹੜੇ ਮੀਡੀਏ ਨੇ ਸ਼ਰਧਾਲੂਆਂ ਨੂੰ ਬੰਬ ਦੱਸਿਆ, ਜੀ ਜਿਹੜੇ ਮੰਤਰੀ ਨੇ ਜਿਹੜੀ ਸੀ ਟਿੱਪਣੀ ਕੀਤੀ, ਉਹਨਾਂ ਨੂੰ ਚਾਹੀਦਾ ਵੀ ਹੁਣ ਆਪਣੇ ਮਖਾਰ ਬਿੰਦ ਤੋਂ ਜ਼ਰੂਰ ਇਹ ਸਾਬਤ ਕਰਨਾ ਵੀ ਹੁਣ ਉਹ ਕੀ ਕਹਿਣਾ ਚਾਹੁੰਦੇ ਨੇ। ਜੀ ਬਿਲਕੁਲ। ਜਿੱਥੇ ਬੰਬ ਦੇਖਦਾ ਉੱਥੇ ਨੁਕਸਾਨ ਹੁੰਦਾ। ਜੇ ਇਹ ਬੰਬ ਨਹੀਂ ਸੀ, ਨੁਕਸਾਨ ਦਾ ਕੀ ਕੀਤਾ ਤੁਸੀਂ ਸਾਨੂੰ ਦੱਸੋ। ਘੱਟੋ ਘੱਟ ਸਾਡੇ ਘਰ ਸਾਡੇ ਬੰਦੇ ਘਰ ਕੀ ਬਿਮਾਰ ਆ ਜਾਏ ਉਹਨੂੰ ਘਰੋਂ ਨਹੀਂ ਕੱਢ ਦਿੰਦੇ ਸੀ। ਬੁਰਾ ਹਾਲ ਕਰਤਾ ਉਹਦਾ ਜੀ। ਇਲਾਜ ਕਰਦੇ ਆ। ਤੇ ਤੁਸੀਂ ਕਹਿੰਦੇ ਜੀ ਇਹ ਬੰਬ ਹੈ ਜੀ ਫਲਾਣੇ, ਇਸ ਕਰਕੇ ਉਹ ਮੰਤਰੀ ਸਾਹਿਬ ਨੂੰ ਉਸ ਮੀਡੀਆ ਜਿਹੜੇ ਜਿਨ੍ਹਾਂ ਮੀਡੀਆ ਨੇ ਰੌਲਾ ਪਾਇਆ ਸੀ ਉਹਨਾਂ ਨੂੰ ਚਾਹੀਦਾ ਵੀ ਇਹਦੇ ਤੇ ਆ ਕੇ ਆਪਣਾ ਸਪਸ਼ਟੀਕਰਨ ਦੇਣੀ ਵੀ ਇੰਨੇ ਸ਼ਰਧਾਲੂ ਘਰ ਨੂੰ ਚਲੇ ਗਿਆ, ਇੰਨੇ ਹੋਰ ਚੱਲ ਜਾਣਗੇ, ਡਾਕਟਰਾਂ ਦੀ ਰਾਏ ਲੈ ਕੇ ਦੱਸਣ ਵੀ ਇੱਥੇ ਹੋਇਆ ਕੀ ਹੈ। ਜੀ ਤੇ ਅਗਲੀ ਗੱਲ ਕਰੀਏ ਤਾਂ ਜੀ ਆਈਸੋਲੇਸ਼ਨ ਵਾਰਡ ਵਿੱਚ ਕਰੋਨਾ ਪੋਜ਼ਿਟਿਵ ਕੈਦੀ ਭੱਜਣ ਲੱਗ ਪਏ ਨੇ ਜੀ। ਸੋ ਕੀ ਮਾਮਲਾ ਹੋਇਆ, ਕਿੱਥੋਂ ਦਾ ਤੇ ਕੀ ਇਹਦੇ ਉੱਤੇ ਮਾਮਲਾ? ਇਹ ਅੰਮ੍ਰਿਤਸਰ ਦਾ ਹੀ ਹੈ ਜੀ। ਇਹ ਬੰਦਾ ਪ੍ਰਤਾਪ ਸਿੰਘ ਜਿਹੜਾ ਸੀ ਉਹ ਜਾਂਦਾ ਸੀ ਉੱਥੋਂ ਆਪਣੇ ਪੁੱਛ ਪੜਤਾਲ ਵਾਸਤੇ ਕਿਸੇ ਕੇਸ ਦੇ ਵਿੱਚ ਆਪਣੇ ਜੇਲ੍ਹ ਦੇ ਵਿੱਚ ਜੀ, ਤੇ ਕਰੋਨਾ ਪੋਜ਼ਿਟਿਵ ਪਾਇਆ ਗਿਆ ਤੇ ਇਹਨੂੰ ਰੱਖਿਆ ਗਿਆ ਆਈਸੋਲੇਟ ਵਾਰਡ ਦੇ ਵੱਖਰਾ ਕਰਕੇ ਰੱਖਿਆ ਗਿਆ, ਲੇਕਿਨ ਇਹ ਆਪਣੇ ਭੱਜਣ ਸਫਲ ਹੋ ਗਿਆ ਜੀ। ਹੁਣ ਬੰਦਾ ਪੁੱਛੇ ਉਹਦੇ ਉੱਤੇ 3 ਤੁਸੀਂ ਐਸਆਈ ਲਾਇਆ, 1 ਸਬ ਇੰਸਪੈਕਟਰ ਲਾਇਆ, 1 ਨਾਲੇ ਤੁਹਾਡੇ ਪੁਲਿਸ ਦਾ ਕਰਮਚਾਰੀ ਹੈ। ਇੰਨੇ ਬੰਦੇ ਲਾਉਣ ਦੇ ਬਾਵਜੂਦ ਵੀ ਜੇ ਉਹ ਬੰਦਾ ਭੱਜ ਗਿਆ ਤੇ ਫਿਰ ਤੁਸੀਂ ਦੱਸੋਗੇ ਵੀ ਬਣੂਗਾ ਜੀ। ਆਪ ਤੇ ਤੁਸੀਂ ਘਰ ਜਾ ਕੇ ਸੌਂਗੇ, 1 ਬੰਦਾ ਛੱਡ ਕੇ ਉਹ ਦਾਰੂ ਪੀ ਕੇ ਸੌਂ ਗਿਆ ਹੋਣਾ, ਉਹਨੂੰ ਮੌਕਾ ਮਿਲ ਗਿਆ। ਹੁਣ ਇਹ ਕੱਲ ਦੇ ਲੱਭਦੇ ਫਿਰਦੇ ਆ ਵੀ ਉਹ ਬੰਦਾ ਜਿਹੜਾ ਪੋਜ਼ਿਟਿਵ ਪਾਇਆ ਗਿਆ ਉਹ ਤੇ ਕਈਆਂ ਨੂੰ ਹੋਰ ਪ੍ਰਸ਼ਾਦ ਦੇਊਗਾ। ਹੁਣ ਉਹਨੂੰ ਲੱਭਿਆ ਨਹੀਂ, ਲੱਭਦੇ ਫਿਰਦੇ ਲੱਭਾ ਨਹੀਂ, ਤੇ ਹੁਣ ਇਹਨਾਂ ਨੇ ਉਹਨਾਂ ਜਿਹੜੇ ਪੁਲਿਸ ਵਾਲੇ ਉਹਨਾਂ ਦੇ ਖਿਲਾਫ ਮੁਕੱਦਮਾ ਦਰਜ ਕਰ ਦਿੱਤਾ ਵਾ। ਤੇ ਮੁਕੱਦਮਾ ਦਰਜ ਕਰਨਾ ਕੋਈ ਹੱਦ ਨਹੀਂ, ਇਹਦੇ ਪ੍ਰੋਪਰ ਪ੍ਰਬੰਧ ਕੀਤੇ ਜਾਣੇ ਚਾਹੀਦੇ ਹੈ। ਜੇ ਕੋਈ ਬੰਦਾ ਪੋਜ਼ਿਟਿਵ ਪਾਇਆ ਜਾਂਦਾ ਉਹਨੂੰ ਰੱਖਿਆ ਕਿੱਥੇ ਜਾਣਾ ਵਾ, ਉਹਨੂੰ ਵੱਖਰੇ ਕਮਰੇ 'ਚ ਰੱਖਿਆ ਜਾਵੇ, ਉਹਦੀ ਗਾਰਡ ਲਾਈਏ ਬਕਾਇਦਾ ਤੌਰ ਤੇ, ਗਾਰਡ ਦਾ ਖਿਆਲ ਰੱਖੇ। ਤੇ ਜੇ ਨਹੀਂ ਰੱਖਿਆ ਤੇ ਫਿਰ ਭੁਗਤੋ, ਤੁਸੀਂ ਆਪ ਤੇ ਭੁਗਤਣਾ, ਨਾਲ ਲੋਕਾਂ ਨੂੰ ਭੁਗਤਾਓਗੇ। ਸੋ ਇਹੀ ਤਾਂ ਗੱਲ ਹੈ, ਕੀ ਕਰੋਗੇ। ਪਰ ਦੇਖੋ ਇੱਕ ਪਾਸੇ ਤਾਂ ਆਪਾਂ ਕਰੋਨਾ ਦੇ ਵਿੱਚ ਪੁੰਨ ਕਰ ਰਹੇ ਹਾਂ, ਦੂਜੇ ਪਾਸੇ ਕਰੋਨਾ 'ਚ ਲੁੱਟ ਹੋ ਰਹੀ ਹੈ। ਤਾਜ਼ਾ ਮਾਮਲਾ ਇੱਕ ਆਇਆ ਜੀ ਲੁਧਿਆਣੇ ਤੋਂ, ਟਰਾਂਸਪੋਰਟ ਨਾਲ ਜੁੜੇ ਮਾਫੀਏ ਜਿਹੜੇ ਜਿਨ੍ਹਾਂ ਨੇ ਲੋਕਾਂ ਦੀਆਂ ਟਰਾਂਸਪੋਰਟਾਂ ਲੁੱਟ ਕੇ ਬਣਾਈਆਂ ਨੇ, ਹੁਣ ਪ੍ਰਵਾਸੀ ਗਰੀਬ ਮਜ਼ਦੂਰਾਂ ਨੂੰ ਲੁੱਟ ਰਹੇ ਨੇ। 650 ਰੁਪਏ ਦੀ ਥਾਂ ਤੇ 3000 ਰੁਪਇਆ ਕਿਰਾਇਆ ਲੈ ਰਹੇ ਨੇ। ਉਧਰ ਇੱਕ ਥਾਣੇਦਾਰ ਕਹਿੰਦਾ ਵੀ ਕਰੋਨਾ ਦੀ ਫੀਸ ਦੇ, ਪ੍ਰਵਾਸੀ ਮਜ਼ਦੂਰ ਕਹਿੰਦਾ ਮੁੱਖ ਮੰਤਰੀ ਜੀ ਮੈਨੂੰ ਕਰਜ਼ਾ ਦਿਓ। ਇਹ ਕੀ ਹੈ ਜੀ? ਇਹ ਮਾਮਲਾ ਤਰਨਤਾਰਨ ਦਾ ਜੀ। ਇਹ ਦੇਵੀ ਸਿੰਘ ਨਾਂ ਦਾ ਇੱਕ ਮੁੰਡਾ ਵਾ, ਤੇ ਇਹ ਮੁੰਡਾ ਉੱਥੇ ਇੱਕ ਰਾਈ ਸ਼ੈਲਰ ਦੇ ਵਿੱਚ ਸੋਲਰ ਸਿਸਟਮ ਦੇ ਉੱਤੇ ਇੰਜੀਨੀਅਰ ਆ। ਅੱਛਾ ਜੀ। ਹੁਣ ਅੱਜ ਕੱਲ ਪ੍ਰਸ਼ਾਦਾ ਪਾਣੀ ਮਿਲਦਾ ਨਹੀਂ ਗਾ, ਤੇ ਉਹਨੇ ਸੋਚਿਆ ਵੀ ਚਲੋ ਪ੍ਰਸ਼ਾਦਾ ਪਾਣੀ ਲੰਗਰ ਚੋਂ ਛਕ ਕੇ ਆ ਜਾ ਕਰੀਏ ਜੀ। ਉਹ ਲੰਗਰ ਚ ਪ੍ਰਸ਼ਾਦਾ ਛਕਣ ਜਾਂਦਾ ਰਿਹਾ, 1 ਦਿਨ ਗਿਆ, 3 ਦਿਨ ਗਿਆ, ਤੀਜੇ ਦਿਨ ਕੀ ਸੋਚਿਆ ਵੀ ਚਲੋ ਲੁੱਟ ਖੋਹ ਦਾ ਮਸਾਲਾ ਪੜੀਏ। ਉਹਨਾਂ ਮਾੜੀ ਮੋਟੀ ਸਾਂਝ ਪਾ ਲਈ ਜੀ। ਸਾਂਝ ਪਾਉਣ ਤੋਂ ਬਾਅਦ ਉਹਨੂੰ ਨਾਲ ਲੈ ਗਏ ਤੇ ਉਹਨੂੰ ਘਰ ਦੀ ਦੇਸੀ ਕੱਢੀ ਸ਼ਰਾਬ ਪਿਆ ਕੇ ਉਹਦਾ ਮੋਬਾਈਲ ਵੀ ਖੋਲਿਆ, ਉਹਦਾ ਪਰਸ ਵੀ ਖੋਲ ਲਿਆ, ਹੋਰ ਜਿਹਾ ਸਾਜੋ ਸਮਾਨ ਸਾਰਾ ਖੋਲਿਆ ਉਹਦਾ ਜੀ। ਜਦੋਂ ਉਹਨੂੰ ਸੁਰਤ ਆਈ ਵੀ ਭਾਈ ਮੈਂ ਕਿੱਥੇ ਪਿਆ ਤੇ ਮੈਂ ਕਿੱਥੇ, ਤੇ ਬੰਦੇ ਕਿੱਥੇ ਚਲੇ ਗਿਆ, ਉਹ ਥਾਣੇ ਚਲਾ ਗਿਆ ਜੀ। ਥਾਣੇ ਜਾ ਕੇ ਉਹਨੇ ਮੁਨਸ਼ੀ ਨੂੰ ਦਰਖਾਸਤ ਦਿੱਤੀ, ਮੇਰੇ ਨਾਲ ਆਹ ਭਾਣਾ ਵਰਤਿਆ ਤੇ ਮੇਰਾ ਮਾਲ ਬਰਾਮਦ ਕੀਤਾ ਜਾਵੇ। ਤੇ ਉਸੇ ਵੇਲੇ ਪੁਲਿਸ ਵਾਲੇ ਨਾਲ ਗਏ ਤੇ ਬੰਦੇ ਫੜ ਲਏ ਗਏ, ਤੇ ਬੰਦੇ ਫੜ ਕੇ ਉਹਨਾਂ ਕੋਲ ਮਾਲ ਬਰਾਮਦ ਕਰ ਲਿਆ ਗਿਆ ਜੀ। ਉਹਦਾ ਪਰਸ ਜੀ, ਉੱਤੇ ਕੁਝ ਪੈਸੇ ਸੀਗੀ, ਉਹਦੇ ਵਿੱਚ ਕੁਝ ਹੋਰ ਸਮਾਨ ਜ਼ਰੂਰੀ ਕਾਗਜ਼ਾਤ ਸਨ, ਉਹਦਾ ਆਪਣਾ ਘਰੇਲੂ ਸਮਾਨ ਹੋਰ ਸੀ, ਜੋ ਵੀ ਹੈਗਾ ਸੀ ਵਿੱਚ ਜੀ, ਉਹ ਸਾਰਾ ਬਰਾਮਦ ਕਰ ਲਿਆ। ਤੇ ਐਸਆਈ ਸਾਹਿਬ ਕਹਿੰਦੇ ਵੀ ਤੇਰਾ ਇੰਨਾ ਕੀਮਤੀ ਸਮਾਨ ਬਰਾਮਦ ਕੀਤਾ ਭਾਈ 5000 ਫੀਸ ਲੱਗੂਗੀ ਜੀ, ਜੇ ਦੇ ਦੇਂਗਾ ਤਾਂ ਠੀਕ, ਨਹੀਂ ਤਾਂ ਨਾ ਸਹੀ। ਉਹ ਅਗਲੇ ਦਿਨ ਫਿਰ ਗਿਆ, ਭਾਜੀ ਮੇਰੇ ਕੋਲ ਪੈਸੇ ਹੈ ਨਹੀਂ, ਮੈਂ ਪ੍ਰਵਾਸੀ ਮਜ਼ਦੂਰ ਆ, ਰਾਜਸਥਾਨ ਤੋਂ ਆਇਆ, ਮੇਰਾ ਤਾਂ ਦੇਖੋ ਹਾਲਾਤ ਮਾੜੇ ਨੇ, ਤਨਖਾਹ ਵੀ ਮਿਲ ਨਹੀਂ ਡਈ ਜੀ, ਆਹ ਬੰਦ ਪਿਆ, ਗੁਰਦੁਆਰੇ ਰੋਟੀ ਖਾ ਕੇ ਗੁਜ਼ਾਰਾ ਕਰਦਾ ਮੈਂ। ਉਹਨਾਂ ਉੱਥੇ ਪਾ ਦਾ ਲੰਮੇ ਉਹਨੂੰ ਜੀ, ਉਹਦੀ ਜੁੱਤੀ ਪਰੇਡ ਕਰਤੀ, ਛਿੱਤਰ ਪਰੇਡ ਕੀਤੀ, ਬਣਾਇਆ ਵਿਚਾਰੇ ਨੂੰ ਉਹਨੂੰ ਪੂਰਾ ਉੱਥੇ ਘੋੜਾ। ਅੱਛਾ ਜੀ। ਮੁੜ ਕੇ ਉਹਨੂੰ ਕਹਿੰਦੇ ਜਾ ਹੁਣ 5000 ਰੁਪਏ ਲਾਏਗਾ, ਤਾਂ ਕਹਿੰਦੀ ਮੈਂ ਲੈ ਆਊਂ, ਕੋਈ ਗੱਲ। ਅੱਛਾ ਜੀ। ਉਹ ਫਿਰ ਚੜ ਗਿਆ ਕਿਸੇ ਪੱਤਰਕਾਰ ਦੇ ਟੇਟੇ, ਉਹਨੇ ਦੱਸਿਆ ਵੀ ਭਾਜੀ ਮੈਂ ਮੁੱਖ ਮੰਤਰੀ ਸਾਹਿਬ ਕੋਲ ਕਰਜ਼ਾ ਮੰਗਦਾ, ਵੀ 5000 ਨੂੰ ਕਰਜ਼ਾ ਦੇ ਦਿਓ, ਮੈਨੂੰ ਤਨਖਾਹ ਮਿਲੂਗਾ, ਕਰਜ਼ਾ ਵਾਪਸ ਕਰ ਦੂੰਗਾ ਮੈਂ, ਕਿਸੇ ਬੈਂਕ ਕੋਲੋਂ ਲੈ ਦਿਓ ਜੀ। ਤੇ ਮੈਂ ਉਹ ਥਾਣੇਦਾਰ ਸਾਹਿਬ ਨੂੰ ਦੇਖ ਕੇ ਆਪਣਾ ਸਮਾਨ ਤੇ ਲੈ ਲਾ ਜੀ। ਉਹ ਸੁਰਖੀਆਂ ਲੱਗ ਗਈਆਂ ਅਖਬਾਰਾਂ ਦੇ ਵਿੱਚ,
ਹੁਣ ਉਹ ਐਸੇ ਸਹੀ ਕਹਿੰਦਾ ਜੀ ਮੈਂ ਨਾ ਕੁੱਟਿਆ ਕਿਸੇ ਨਾਲ, ਮੈਂ ਪੈਸੇ ਮੰਗਿਆ ਜੀ ਤੇ ਉਹਨੂੰ ਪੁੱਛੇ ਭਜਾ ਲੋਕਾਂ ਜੇ ਤੂੰ ਪੈਸੇ ਨਹੀਂ ਮੰਗੇ ਸਮਾਨ ਦੇ ਦੇ, ਉਹਨਾਂ ਨੂੰ ਦਿੱਤਾ ਕਿਉਂ ਤੂੰ? ਉਹਦਾ ਸਮਾਨ ਰੱਖਿਆ ਤੇ ਨਹੀਂ ਕਰਕੇ ਨਾ ਕੁਛ ਕੁਛ ਮਿਲ ਜੇ ਇੱਥੋਂ। ਹਾਂਜੀ ਹਾਂਜੀ ਇੰਨੀ ਹਾਲਤ ਮਾੜੀ ਆ ਜੀ। ਮੇਰੇ ਕੋਲ ਇੱਕ ਸ਼ਿਕਾਇਤ ਆਈ ਛੋਟੀ ਜੀ, ਮੈਨੂੰ ਦੱਸਿਆ 2-3 ਦਿਨ ਬਾਅਦ ਉਹਨਾਂ ਨੇ ਵੀ ਇੱਕ ਲੇਡੀ ਸੀ, ਉਹਦੇ ਕਿਤੇ ਪੈਰ ਨੂੰ ਮੋਚ ਆ ਗਈ ਜੀ ਉਹਦਾ ਮੁੰਡਾ ਕਿਤੇ ਲਾਗੇ ਰਹਿੰਦਾ ਸੀ, ਉਹਨੇ ਆਪਣੇ ਮੁੰਡੇ ਨੂੰ ਫੋਨ ਕੀਤਾ ਵੀ ਤੂੰ ਜਿਹੜੀ ਮੇਰੀ ਆ ਕੇ ਨਾ ਮੋਚ ਆਈ ਤੇ ਮੇਰੇ ਥੋੜਾ ਇਲਾਜ ਕਰਦੇ, ਦਰਦ ਬੜੀ ਹੋ ਰਹੀ ਹੈ। ਜੀ ਉਹ ਆਪਣੇ ਘਰੋਂ ਤੇਰਾ ਉਹਨੇ ਕਿਹਾ ਪੁਲਿਸ ਵਾਲਿਆਂ ਨੂੰ ਵੀ ਇਦਾਂ ਮੇਰੀ ਮਾਤਾ ਬਿਮਾਰ ਆ ਤੇ ਮੈਂ ਆਪਣੀ ਮਾਤਾ ਦਾ ਪਤਾ ਦੇਣਾ ਚੱਲ ਜਾ, ਤਾਂ ਵੇਖੋ ਤੁਹਾਡੀ ਮੈਂ ਗੱਲ ਵੀ ਕਰਾਉਣਾ ਵੀ ਉਹਦੇ ਪੈਰ ਤੇ ਮੋਚ ਆਈ ਹੈ। ਜੀ ਕਹਿੰਦੇ ਚੱਲ ਪਿੱਛੇ ਨਹੀਂ ਯਾਰ ਦੌੜ ਜਾ, ਪਰਚਾ ਦੇ ਦੇ ਦਰਦ। ਜੀ ਉਹਦੇ ਕੋਲ ਕਹਿੰਦੇ ਤੇਰੀ ਜੇਬ 'ਚ ਪੈਸੇ ਕਿੰਨੇ ਆ? ਕਹਿੰਦਾ ਰੁਪਈਆ 100 ਹੈਗਾ ਮੇਰੀ ਜੇਬ 'ਚ। ਕਹਿੰਦਾ 100 ਚੱਲਾਂਗੇ ਜਾ। ਇਹ ਹਾਲ ਤਾਂ ਪੁਲਿਸ ਦੀ। ਅਸੀਂ ਪੁਲਿਸ ਨੂੰ ਕਹਿੰਦੇ ਵੀ ਇਹ ਸੇਵਾ ਕਰਦੇ, ਇੱਕ ਪਾਸੇ ਤੇ ਤੁਸੀਂ ਜਨਮਦਿਨ ਲੋਕਾਂ ਦੇ ਮਨਾਉਂਦੇ, ਕੇਕ ਕੱਟਦੇ ਹੋ, ਇੱਕ ਪਾਸੇ ਪੁਲਿਸ ਵਾਲੀਆਂ ਬੀਬੀਆਂ ਫੋਟੋਆਂ ਛਪਾਉਂਦੀਆਂ ਪਈ ਸੀ, ਪ੍ਰਸ਼ਾਦੇ ਬਣਾ ਕੇ ਲੋਕਾਂ 'ਚ ਵੰਡ ਰਹੇ। ਪਰ ਇੱਕ ਚੀਜ਼ ਹੈ ਪੱਟੀ ਸਾਹਿਬ, ਇੱਕ ਗੱਲ ਕਰੀਏ ਕਿ ਕਰੋਨਾ ਦੀ ਆੜ ਦੇ ਵਿੱਚ ਪੁਲਿਸ ਬੜੀ ਬੇਲਗਾਮ ਹੋ ਗਈ ਆ। ਵੱਡੇ ਅਫਸਰ ਕਿਸੇ ਦਾ ਫੋਨ ਨਹੀਂ ਚੱਕਦੇ, ਆਮ ਲੋਕ ਟੁੱਟ ਗਏ ਨੇ, ਦਫ਼ਤਰਾਂ 'ਚੋਂ ਬਹਿੰਦੇ ਨਹੀਂ, ਜਿਹੜੇ ਨਾਕਿਆਂ ਤੇ ਖੜੇ ਆ ਉਹਨਾਂ ਨੂੰ ਤਾਂ ਕਰੋਨਾ ਹੁੰਦਾ ਨਹੀਂ। ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਵੀ ਡੀਸੀਆਂ ਤੇ ਐਸਐਸਪੀਆਂ ਨੂੰ ਕਰੋਨੇ ਕਿੱਥੋਂ ਆਉਣ ਲੱਗ ਪਏ? ਉਹ ਆਪਣੇ ਆਪ ਹੀ ਇਕਾਂਤਵਾਸ 'ਚ ਵੜੇ ਬੈਠੇ ਨੇ। ਦੱਸੋ ਵੀ ਤੁਸੀਂ ਕਿਹਨੂੰ ਜੱਫੀਆਂ ਪਾ ਲਈਆਂ? ਅੰਮ੍ਰਿਤਸਰ ਦਾ ਡੀਜੀ ਤੇ ਅੰਮ੍ਰਿਤਸਰ ਦਾ ਕਮਿਸ਼ਨਰ ਮੈਂ ਬਾਹਰ ਨਿਕਲਿਆ ਕਿਤੇ ਨਹੀਂ ਜੀ ਵੇਖਿਆ, ਜੀ ਕਿਤੇ ਨਹੀਂ ਵੇਖਿਆ। ਜੇ ਇਹਨਾਂ ਨੂੰ ਫੋਨ ਕਰ ਦਿਓ ਤੇ ਫੋਨ ਤੇ ਆਪਣੇ ਆਪਰੇਟਰ ਨੂੰ ਕਹਿਣਗੇ ਪੁੱਛ ਕੌਣ ਬੋਲਦਾ ਵਾ ਜੀ, ਉਹ ਤੁਹਾਨੂੰ ਘੰਟੇ ਬਾਅਦ ਫੋਨ ਕਰੇਗਾ, ਵੇਖੋ ਜੀ ਤੁਸੀਂ ਫੋਨ ਕੀਤਾ ਸੀ, ਕਮਿਸ਼ਨਰ ਸਾਹਿਬ ਨੂੰ ਕੀਤਾ ਸੀ, ਤੁਸੀਂ ਡੀਸੀ ਸਾਹਿਬ ਨੂੰ ਕਿ ਦੱਸੋ ਕੀ ਕੰਮ ਆ ਜੀ। ਕੁਛ ਕੰਮ ਹੁੰਦੇ ਆ ਜਿਹੜੇ ਸਿੱਧੇ ਤੁਸੀਂ ਅਫਸਰ ਨਾਲ ਕਰਨੇ ਹੁੰਦੇ ਜੀ। ਕੁੰਵਰ ਵਿਜੇ ਪ੍ਰਤਾਪ ਇੱਥੇ ਐਸਐਸਪੀ ਸੀ ਤੇ ਉਹਨੂੰ ਮਿਲਣ ਵਾਸਤੇ ਲੋਕਾਂ ਦੀ ਲਾਈਨ ਲੱਗੀ ਹੁੰਦੀ ਸੀ। 150 ਕੁਰਸੀ ਭਰੀ ਹੁੰਦੀ ਸੀਗੀ ਜੀ। ਜਦੋਂ ਉਹ ਕਹਿ ਦਿੰਦਾ ਸੀ ਤੇ ਫਲਾਣੇ ਐਸਪੀ ਹੈਡਕੁਆਟਰ ਨੂੰ ਮਿਲਦੇ ਤੇ ਉਹਦੇ ਵਿੱਚੋਂ 70% ਲੋਕ ਵਾਪਸ ਚਲੇ ਜਾਂਦੇ ਸੀ, ਸਾਨੂੰ ਇਨਸਾਫ ਨਹੀਂ ਮਿਲਣਾ। ਮੇਰੇ ਨਾਲ ਇੱਕ ਵਾਰੀ ਗੱਲ ਉਹਨਾਂ ਦੀ ਹੋਈ ਕਿਸੇ ਟੌਪਿਕ ਨੂੰ ਲੈ ਕੇ, ਉਹ ਚਲ ਵੱਖਰੀ ਗੱਲ ਆ, ਉਹਦੇ ਵਿੱਚੋਂ ਇੱਕ ਬੰਦਾ ਮਰ ਜਾਂਦਾ ਸੀ ਉਹਦੇ ਵਿੱਚ, ਤੇ ਉਹਦੇ ਤੇ ਮੈਂ ਬਹੁਤ ਕਾਫੀ ਮਦਦ ਕੀਤੀ ਸੀ ਉਹਨਾਂ ਦੀ ਜੀ। ਤੇ ਉਹਦੇ ਵਿੱਚ ਮੈਂ ਉਹਨੂੰ ਇੱਕੋ ਗੱਲ ਕੀ, ਮੈਂ ਕਿਹਾ ਜੀ ਤੁਹਾਡੇ ਤੇ ਲੋਕਾਂ ਨੂੰ ਫੇਸ ਬੜਾ, ਤੁਸੀਂ ਇਮਾਨਦਾਰ ਅਫਸਰ ਹੋ, ਕਿਸੇ ਗਰੀਬ ਦੀ ਮਦਦ ਕਰਦੇ ਹੋ ਤੇ ਕਿਸੇ ਵਿਚਾਰੇ ਜਿਹੜਾ ਪੀੜਤ ਹੈ ਉਹਨੂੰ ਸਾਥ ਦਿੰਦੇ ਹੋ ਜੀ। ਜਦੋਂ ਤੁਸੀਂ ਕਹਿੰਦੇ ਜਾ ਕੇ ਵੈਸਟ ਹੈਡਕੁਆਟਰ ਨੂੰ ਮਿਲਣਾ, ਤੁਸੀਂ ਸਾਰੇ ਬੈਠੇ ਤੇ ਲੁੱਚੇ ਲੰਡੇ ਬੈਠੇ ਉੱਤੇ। ਉਹ 2-4 ਅਫਸਰ ਹੋਣਗੇ ਚੰਗੇ, ਬਾਕੀ ਬਹੁਤੇ ਤੇ ਕਹਿੰਦੇ ਆਇਓ ਤੇ ਕੀ ਲੈਣ ਚੱਲੇ ਤੇ ਕੀ ਚਾਹੁੰਦੇ ਹੋ ਜੀ। ਇਸ ਕਰਕੇ ਉਹਦੇ ਮਨ ਦੇ ਅੰਦਰ ਗੱਲ ਆ ਗਈ, ਕਹਿੰਦਾ ਤੁਹਾਡੀ ਗੱਲ ਬਿਲਕੁਲ ਠੀਕ ਹੈ ਔਰ ਮੈਂ ਆਪ ਮਿਲੂੰਗਾ, ਤੇ ਫਿਰ ਉਹ ਆਪ ਮਿਲਦਾ ਰਿਹਾ ਜੀ। ਹੁਣ ਕੁਛ ਗੱਲਾਂ ਹੁੰਦੀਆਂ ਜੇ ਕਿਸੇ ਬੰਦੇ ਫੋਨ ਕੀਤਾ ਉਹਨੇ ਅਫਸਰ ਨੇ ਕਰਨੀ, ਆਪਰੇਟਰ ਨਾਲ ਨਹੀਂ ਕਰਨੀ ਹੈ। ਆਪਰੇਟਰ ਕਿ ਦੱਸੋ ਜੀ ਕੀ ਗੱਲ, ਕਾਹਦੇ ਵਾਸਤੇ ਮਿਲਣਾ ਤੁਸੀਂ ਜੀ? ਵਾਟ ਨਾਉਂਸਨ, ਤੁਸੀਂ ਸਰਕਾਰੀ ਫੋਨ ਕਾਹਦੇ ਵਾਸਤੇ ਦਿੱਤੇ ਉਹਨਾਂ ਨੂੰ? ਜੇ ਦਿੱਤੇ ਆ ਤੇ ਲੋਕਾਂ ਦੀ ਸਹੂਲਤ ਵਾਸਤੇ ਦਿੱਤੇ ਆ ਜੀ। ਸਰਕਾਰੀ ਖਜ਼ਾਨੇ 'ਚ ਉਹਨਾਂ ਦਾ ਕਿਰਾਇਆ ਜਾਂਦਾ ਵਾ, ਉਹਨਾਂ ਦੇ ਪੈਸੇ ਜਾਂਦੇ ਆ ਜੀ। ਤੇ ਫਿਰ ਮਾੜਾ ਜਿਹਾ ਕੈਪਟਨ ਸਾਹਿਬ, ਜਿੱਦਾਂ ਤੁਸੀਂ 2002 ਤੇ 2007 ਤੱਕ ਰਹੇ ਹੋ ਤੇ ਅਫਸਰ ਨਕੇਲ ਪਾ ਕੇ ਰੱਖੀ ਸੀ, ਹੁਣ ਵੀ ਪਾਓ। ਮੈਨੂੰ ਤਾਂ ਲੱਗਦਾ ਨਹੀਂ ਪੈਂਦੀ ਜੀ। ਨਹੀਂ ਪੈਣੀ ਕਿੱਥੋਂ, ਹੁਣ ਤਾਂ ਸਾਰੇ ਕਰਾਂਗੇ, ਕੋਈ ਝੁੱਗੇ ਝੁੰਡੇ ਨਹੀਂ ਪੈਣੀ ਕਿੱਥੋਂ? ਹਾਂ ਬਿਲਕੁਲ। ਇਸ ਕਰਕੇ ਕੈਪਟਨ ਸਾਹਿਬ ਦੇ ਉੱਤੇ ਇਸ ਵਾਰੀ ਜਿਹੜੀ ਅਫਸਰ ਸਹੀ ਬਿਲਕੁਲ ਹੈ ਵੀ, ਤੁਸੀਂ ਵੇਖ ਲਓ ਚੀਫ ਸੈਕਟਰੀ ਦਾ ਮਾਮਲਾ ਹੀ ਹੈ ਨਾ, ਨੂੰ ਬਦਲਣਾ ਹੁੰਦਾ ਹੈ ਉਹਦੀਆਂ, ਚਲੋ ਜੀ ਆ ਪਾਸੇ ਕਰ ਦੋ ਜੀ, ਮੀਟਿੰਗ ਦਾ ਗ੍ਰਹਿ ਸੂਤਰ ਕਰ ਦੇਗਾ, ਤੁਸੀਂ ਜਾਓ ਜੀ, ਕੋਈ ਗੱਲ ਨਹੀਂ। ਉਧਰ ਸੁਖਬੀਰ ਸਿੰਘ ਨੇ ਸੁਖਬੀਰ ਬਾਦਲ ਨੇ ਬਾਹਾਂ ਚੜਾ ਲੀਆਂ ਨਾ ਜੀ, ਜੋ ਮਰਜ਼ੀ ਕਰਦੇ। ਸੁਖਬੀਰ ਬਾਦਲ ਕੋਲ ਪੁੱਛਦਾ ਉੱਥੇ ਨਾ, ਉਹ ਤਾਂ ਕਹਿੰਦਾ ਵੀ ਜੇ ਤੁਸੀਂ ਸਹੀ ਹੋ ਤਾਂ ਜੇ ਤੁਹਾਡਾ ਚੀਫ ਸੈਕਟਰੀ ਗਲਤ ਆ ਪਰਚਾ ਦੇ, ਉਹਨੇ ਕਹਿੰਦਾ ਮੰਤਰੀ ਮੰਡਲ ਦੀ ਤੋਹੀਨ ਕੀਤੀ ਹੈ, ਕਿਉਂ ਨਹੀਂ ਦਿੰਦੇ? ਕਹਿੰਦਾ ਉਹ ਗੱਲੀ ਬਾਤੀ ਫਸਾਉਂਦਾ। ਬਿਲਕੁਲ, ਪਰ ਕੈਪਟਨ ਸਾਹਿਬ ਨੇ ਕੁਛ ਨਹੀਂ ਕਰਨਾ। ਤੁਹਾਨੂੰ ਪਤਾ ਹੋਏਗਾ ਜਦੋਂ ਜਾਖੜ ਸਾਹਿਬ ਨੇ ਮੀਟਿੰਗ 'ਚ ਕਹਿਤਾ ਸੀ ਨੰਦੇ ਨੂੰ ਵੀ ਤੂੰ ਠੇਕਾ ਲੈ ਲੈ ਸਾਰੇ ਕੇ ਸਹਾਰਨ ਦਾ, ਕਿਹਾ ਸੀ ਨਾ, ਕੈਪਟਨ ਸਾਹਿਬ ਦੇ ਮੂੰਹ ਤੇ ਕਿਹਾ ਸੀ, ਲੇਕਿਨ ਕੈਪਟਨ ਸਾਹਿਬ ਅਗਲੇ ਬਿਆਨ ਆ ਗਿਆ ਸੀ ਵੀ ਸਾਹੀ ਆਪਣੇ ਟੌਰ ਦੀ ਚੱਲਣ ਬਿਲਕੁਲ ਨਹੀਂ ਬਦਲਾਂਗੇ ਜੀ। ਇਸ ਕਰਕੇ ਉਹ ਜਿੱਦਲ ਟਾਈਪ ਦੇ ਬੰਦੇ ਆ, ਰਾਜੇ ਮਹਾਰਾਜੇ ਆ ਕਿ ਉਹਨਾਂ ਬਦਲਣਾ ਨੂੰ ਕਰਨ ਵਤਾਰ ਨੂੰ ਹੈ ਨਹੀਂ। 31 ਦਸੰਬਰ ਰਿਟਾਇਰਮੈਂਟ, ਏਦਾਂ ਰੌਲਾ ਪਾ ਕੇ ਕੰਮ ਚੱਲੀ ਜਾਣਾ। ਜਦੋਂ ਮੀਟਿੰਗ ਹੋਊਗੀ ਉਦੋਂ ਗ੍ਰਹਿ ਸਕੱਤਰ ਨੂੰ ਭੇਜਿਆ ਕਰੇਗਾ, ਮੈਂ ਛੁੱਟੀ ਤੇ ਆ ਜੀ, ਅਜੇ ਤੱਕ ਅੱਧਾ ਦਿਨ ਜਿਵੇਂ ਪਿਛਲੀ ਵਾਰੀ ਲੈ ਲਈ। ਹਾਂਜੀ, ਅੱਧਾ ਛੁੱਟੀ ਲੈ ਲਈ ਜੀ, ਤੂੰ ਜਾ ਕੇ ਮੀਟਿੰਗ ਅਟੈਂਡ ਕਰਿਆ। ਤੇ ਮੰਤਰੀਆਂ ਦੀ ਵੀ ਇੰਨੀ ਗੱਲ ਆ ਵੀ ਇਹ ਮੀਟਿੰਗ ਦੱਸਣ ਜਿਹਦੇ ਸਾਨੂੰ
ਅੱਜ ਦੀ ਡੇਟ ਦੇ ਵਿੱਚ ਵੀ ਮੰਤਰੀ ਇਹਦੇ ਕੋਲ ਜਾਣ ਦੀ ਬੜਾਏ ਜਿਹੜਾ ਸੁਰੇਸ਼ ਕੁਮਾਰ ਉਹਦੇ ਕੋਲ ਜਾਂਦੇ ਨੇ, ਜਿਹੜਾ ਮੁੱਖ ਮੰਤਰੀ ਉਹ ਸੁਰੇਸ਼ ਕੁਮਾਰ ਆਲੇ ਨਾਲ ਹੈ ਨਾ ਜੀ, ਸੁਰੇਸ਼ ਕੁਮਾਰ ਤਾਂ ਸੀਐਮ ਨੇ ਪ੍ਰੋਕਸੀ। ਹਾਂਜੀ, ਪਰ ਉਹ ਕੰਮ ਵੀ ਕਰਦਾ ਨਾ, ਗੱਲ ਤੇ ਆ ਉਹ ਮੰਤਰੀਆਂ ਦੀ ਗੱਲ ਵੀ ਸੁਣਦਾ ਤੇ ਉਹਨਾਂ ਦੇ ਕੰਮ ਵੀ ਕਰਦਾ ਵਾ ਜੀ ਜੀ। ਤੇ ਜਿਹੜੇ ਬੰਦੇ ਕੰਮ ਹੀ ਨਹੀਂ ਕਰਨਾ ਤੇ ਕਈ ਜਣਾ ਅਸੀਂ ਪਾਲਿਸੀ ਬਣਾਈ ਤੁਸੀਂ ਜੋ ਆਪਣਾ ਕੰਮ ਕਰੋ ਤੇ ਫਿਰ ਤੇ ਮੰਤਰੀ ਨਾ ਹੋਏ। ਪਰ ਮਨਪ੍ਰੀਤ ਸਿੰਘ ਬਾਦਲ ਨੇ 8 ਬਜਟ ਪੇਸ਼ ਕੀਤੇ ਜੀ। ਕਿਸੇ ਬਜਟ ਦੇ ਉੱਤੇ ਵੀ ਮਨਪ੍ਰੀਤ ਸਿੰਘ ਹੋਰਾਂ ਦੀ ਅਜੇ ਤੱਕ ਅਸਾਰੂ ਰਿਜ਼ਲਟ ਨਹੀਂ ਆਏ ਕਿਸੇ ਦੱਸਦੇ ਤੋਂ ਆਏ। ਭਾਵੇਂ ਮਨਪ੍ਰੀਤ ਸਿੰਘ ਹੋਰੀ ਆਪਣੇ ਆਪ ਨੂੰ ਬੜੇ ਵਧੀਆ ਸਮਝਦੇ ਵੀ ਮੈਂ ਅਰਥ ਸ਼ਾਸਤਰੀ ਸਭ ਸ਼ਾਮਲ ਹੁੰਦਾ ਵਾਸਤੇ ਅਰਥੀ ਹਾਂ ਜੀ, ਲੇਕਿਨ ਅਜੇ ਤੱਕ ਉਹਨਾਂ ਬਜਟ ਦੇ ਕੋਈ ਸਾਰੂ ਰਿਜ਼ਲਟ ਨਹੀਂ ਆਏ। ਜਿਹੜਾ ਪੈਸਾ ਜਿਹਦੇ ਵਾਸਤੇ ਰੱਖਿਆ ਉੱਥੇ ਵਰਤਿਆ ਗਿਆ ਨਹੀਂ ਵਰਤਿਆ ਗਿਆ, ਡਾਈਵਰਟ ਕੇ ਹੋਰ ਕਰ ਦਿੱਤਾ ਗਿਆ। ਤੇ ਜੇ ਕਿਤੇ ਇਹਨਾਂ ਨੇ ਹੁਣ ਸਟੈਂਡ ਲੈ ਲਿਆ ਸੀ ਤੇ ਫਿਰ ਕਹਿੰਦੇ ਜੀ ਜਾਂ ਮੇਰਾ ਅਸਤੀਫਾ ਲੈ ਲਓ ਜਾਂ ਉਹਦਾ ਅਸਤੀਫਾ ਲੈ ਆਓ, ਫਿਰ ਤੇ ਗੱਲ ਬਣ ਜਾਂਦੀ ਜੀ। ਜਦੋਂ ਤੁਸੀਂ ਗੱਲ ਇੱਥੇ ਨਿਬੇੜਤੀ ਭਾਈ ਕਰਨ ਅਵਤਾਰ ਸਿੰਘ ਸਾਡੀ ਕੈਬਨਿਟ ਦੀ ਮੀਟਿੰਗ 'ਚ ਹਾਜ਼ਰ ਨਹੀਂ ਹੋਣਾ ਚਾਹੀਦਾ ਤੇ ਨਾ ਉਗਾਓ ਨਾ ਕੀ ਫਰਕ ਪੈਂਦਾ ਉੱਥੇ। 31 ਦਸੰਬਰ ਤੇ ਕਿਤੇ ਚਿੰਡ ਚੁਣਾ ਪਿਆ ਤਾਂ ਤੁਰੇ ਰਹਿਣਾ ਵਾ। ਉਹਨਾਂ ਨੇ ਆਬਕਾਰੀ ਮਹਿਕਮਾ ਛੱਡ ਦਿੱਤਾ, ਜਿਹੜੇ ਅਫਸਰ ਨੇ ਜਾਇਦਾਦ ਨਹੀਂ ਬਣਾਈ ਜੀ। ਹੁਸ਼ਿਆਰਪੁਰ ਦੇ ਏਰੀਏ ਵਿੱਚ ਜਿਹੜੀਆਂ ਸ਼ਿਵਾਲਕ ਦੀਆਂ ਪਹਾੜੀਆਂ ਵਾ ਉਹ ਪੱਧਰੀਆਂ ਕਰਕੇ ਕਿਹੜੇ ਅਫਸਰ ਨੇ ਜਾਇਦਾਦ ਨਹੀਂ ਬਣਾਈ। ਅੱਜ ਪੜਤਾਲ ਨੇਰੀ ਠਾਤੀ ਜੀ, ਨੇਰੀ ਠਾਤੀ ਬੇੜਾ ਗਰਕ ਕਰਤਾ ਸਾਰਾ ਉੱਥੇ ਤੁਸੀਂ ਉਹਨਾਂ ਦਾ। ਲੇਕਿਨ ਪੁੱਛੇ ਕੌਣ ਜੀ? ਸਾਰੇ ਤੇ ਇੱਕੋ ਰਸਤੇ ਹੈਗੇ, ਆਪਾਂ ਕਿਸੇ ਨੂੰ ਕੀ ਕਹੀਏ ਕੀ ਨਾ ਕਹੀਏ। ਆਪਾਂ ਫਿਰ ਉੱਥੇ ਦੇਵੀ ਸਿੰਘ ਤੇ ਚੱਲਦੇ ਤਰਨਤਾਰਨ ਦੇ ਸ਼ੁਰੂ ਕੀਤਾ ਜੀ। ਉਹ ਫਿਰ ਜੀ ਜਿਹੜੀ ਦੇਵੀ ਸਿੰਘ ਦੀ ਸ਼ਿਕਾਇਤ ਸੀ ਜਦੋਂ ਗਈ, ਉਹ ਡੀਐਸਪੀ ਕਹਿੰਦਾ ਅਸੀਂ ਪੜਤਾਲ ਕਰ ਰਹੇ ਹਾਂ ਜੀ। ਐਸਐਸਪੀ ਨੇ ਫਿਰ ਕਿਹਾ ਵੀ ਇਹਨੂੰ ਸਖਤੀ ਨਾਲ ਪੜਤਾਲ ਕਰੋ, ਜੇ ਵਾਕਿਆ ਹੀ ਇਹ ਥਾਣੇਦਾਰ ਦੋਸ਼ੀਅਤ ਦੇ ਪਰਚਾ ਠੋਕ ਕੇ ਦਿਓ, ਕੋਈ ਲਿਹਾਜ਼ ਨਹੀਂ ਜੀ। ਦਈਆ ਸਾਹਿਬ ਅੱਛੇ ਇਨਸਾਨ ਨੇ, ਇਨਸਾਫ ਸਮਝਦੇ ਆ। ਉਹਨਾਂ ਤੇ ਐਮਐਲਏ ਨੂੰ ਕਹਿਤਾ ਵੀ ਆਹ ਕੰਮ ਨਹੀਂ ਹੋਣਾ, ਜੋ ਮਰਜ਼ੀ ਕਰ ਲਾ, ਮੇਰੀ ਬਦਲੀ ਕੋਈ ਕਰਾ ਦੇ ਜੀ। ਤੁਹਾਨੂੰ ਸ਼ਾਇਦ ਪਤਾ ਹੋਏਗਾ ਜੀ, ਅਕਾਲੀ ਸਰਕਾਰ ਦੇ ਟਾਈਮ ਤੇ ਇੱਕ ਹੈਗੇ ਸੀ, ਨਾ ਭੁੱਲ ਗਿਆ ਮੈਨੂੰ, ਨਾ ਆਰ.ਕੇ. ਕਰਕਸਮ ਸੀਗਾ ਸੀ ਉਹਨਾਂ ਦਾ ਜੀ। ਉਹ ਐਸਐਸਪੀ ਤਰਨਤਾਰਨ ਸਨ ਜੀ। ਐਸਐਸਪੀ ਤਰਨਤਾਰਨ ਸਨ ਤਾਂ ਉਹਨਾਂ ਨੇ ਇੱਕ ਐਮਐਲਏ ਦੀ, ਅਕਾਲੀ ਐਮਐਲਏ ਦੀ ਗੱਡੀ 'ਚ ਸਮੈਕ ਫੜ ਲਈ ਜੀ। ਉਹਨੇ ਕਿਹਾ ਜੀ ਮੈਂ ਪਰਚਾ ਦੇਣਾ। ਉਹਨੇ ਸੁਖਬੀਰ ਬਾਦਲ ਨਾਲ ਗੱਲ ਕੀਤੀ, ਜੀ ਜਾਂ ਮੇਰੀ ਬਦਲੀ ਕਰ ਦਿਓ ਜਾਂ ਪਰਚਾ ਦੇ ਦਿੰਦੇ, ਦੋ ਕੰਮ ਮਰਜ਼ੀ ਕਰ ਦਿਓ ਤੁਸੀਂ। ਤੇ ਸੁਖਬੀਰ ਬਾਦਲ ਵੀ ਨਹੀਂ ਹੈਲੀਕਾਪਟਰ ਤੇ ਆਪ ਆ ਕੇ ਐਸਐਸਪੀ ਨੂੰ ਮਨਾਇਆ ਵੀ ਨਹੀਂ ਪਰਚਾ ਦਿਓ। ਜੀ ਮੈਂ ਨਹੀਂ ਚੱਲਣਾ, ਮੇਰੀ ਬਦਲੀ ਕਰ ਦਿਓ ਜੀ। ਉਹਨਾਂ ਨੂੰ ਬਦਲੀ ਉਹਦੀ ਜਲੰਧਰ ਕਰਨੀ ਪਈ ਸੀ ਪੀਏਪੀ ਦੇ ਵਿੱਚ ਜੀ। ਪੀਏਪੀ ਤੋਂ ਫਿਰ ਉਸ ਤੋਂ ਬਾਅਦ ਉਹਨੂੰ ਕਿਤੇ ਹੋਰ ਲਾਇਆ ਸੀ, ਮੈਨੂੰ ਨਹੀਂ ਪਤਾ ਕਿੱਥੇ ਲਾਇਆ ਸੀ। ਮਤਲਬ ਮੇਰਾ ਕਹਿਣ ਤੋਂ ਭਾਵ ਆ ਜਿੱਥੇ ਸਾਰੇ ਏਦਾਂ ਦੇ ਬੰਦੇ ਹੋਣਗੇ, ਤੁਸੀਂ ਕਿਹਦੀ ਭਲਾਈ ਕਰੋਗੇ। ਹੁਣ ਜੇ ਐਸਐਸਪੀ ਨੇ ਇੰਨੀ ਗੱਲ ਕਹਿਤੀ ਵੀ ਪਰਚਾ ਠੋਕ ਕੇ ਦਿਓ, ਕੱਲ ਨੂੰ ਹੁਣ ਡੀਐਸਪੀ ਰਿਪੋਰਟ ਕੀ ਆਉਂਦੀ ਇਹ ਨਹੀਂ ਪਤਾ ਜੀ। ਦੇਵੀ ਸਿੰਘ ਨੂੰ ਇਨਸਾਫ ਮਿਲਦਾ ਕਿ ਨਹੀਂ ਮਿਲਦਾ ਇਹ ਨਹੀਂ ਪਤਾ। ਲੇਕਿਨ ਹਾਲ ਦੀ ਘੜੀ ਪੁਲਿਸ ਨੂੰ ਇਹ ਝਾਤੀ ਮਾਰਨੀ ਚਾਹੀਦੀ ਆ ਵੀ ਅਸੀਂ ਕਿੱਥੇ ਖੜੇ ਜੀ। ਇੱਕ ਹੋਰ ਕੇਸ ਹੈਗਾ ਤੁਹਾਡੇ, ਮੇਰੇ ਖਿਆਲ ਸ਼ਾਇਦ ਉਹ ਵੀ ਹੈਗਾ ਜੀ, ਬਠਿੰਡੇ ਦਾ ਹੀ ਆ ਜੀ। ਜਿਹੜਾ 12 ਕਿਲੋਮੀਟਰ ਜਰਾ ਪੈਦਲ ਚੱਲ ਕੇ ਐਸਐਸਪੀ ਨਾਨਕ ਸਿੰਘ ਜਾ ਕੇ ਮਿਲਿਆ ਬੰਦਾ ਆਪਣੇ ਬੱਚੇ ਲੈ ਕੇ। ਕਹਿੰਦਾ ਜੀ ਮੈਂ ਸਵੇਰੇ 6 ਵਜੇ ਦਾ ਤੁਰਿਆ ਤੇ 9 ਵਜੇ ਤੁਹਾਡੇ ਪੁੱਜਾ ਤੇ ਮੇਰੀ ਘਰ ਵਾਲੀ ਫਲਾਣੇ ਬੰਦੇ ਭਗਾ ਕੇ ਲੈ ਗਏ, ਮੈਂ ਘਰ ਵੀ ਵਾਪਸ ਕਰਾ ਦਿਓ। ਦੱਸੋ। ਹਾਂ, ਬਠਿੰਡੇ ਦਾ ਕੇਸ ਆ। ਨਹੀਂ ਮੇਰੀ ਨੌਲੇਜ ਚ ਨਹੀਂ ਹੈ। ਹਾਂਜੀ, ਹੁਣ ਐਸਐਸਪੀ ਨੇ ਇੰਨੀ ਗੱਲ ਕਹਿਤੀ ਭਾਈ ਕੋਈ ਗੱਲ ਨਹੀਂ, ਅਸੀਂ ਮਾਰਕ ਕਰਤੀ ਇਨਕੁਆਇਰੀ ਐਸਐਸਪੀ ਨੂੰ ਕਹਿਤਾ ਇਹਨਾਂ ਦਾ ਬਸ ਆਹੀ ਹੈ ਨਾ, ਪੜਤਾਲ ਕਰੋ। ਹੁਣ ਗੱਲ ਸੁਣੋ, ਮੇਰੀ ਗੱਡੀ ਦੇ ਟਾਇਰ ਚੋਰੀ ਹੋ ਗਏ ਜੀ, ਕਰਫਿਊ ਲੱਗਿਆ ਹੋਇਆ। ਹੁਣ ਬਠਿੰਡੇ ਵਾਲਿਆਂ ਦੀ ਗੱਲ ਸੁਣ ਲਓ। ਕਰਫਿਊ ਦੇ ਵਿੱਚ ਰਾਤ ਨੂੰ 3 ਪਾਸੇ ਨਾਕੇ ਲੱਗੇ ਨੇ, ਪੁਲਿਸ ਸਟੇਸ਼ਨ ਨਾਲ ਹੈ, ਠੀਕ ਹੈ। ਇੱਕ ਗੱਡੀ ਘੁੰਮਦੀ ਹੈ ਪੁਲਿਸ ਤੋਂ, ਉਹੀ ਗੱਡੀ ਘੁੰਮਦੀ ਟਰੈਕ ਨਹੀਂ ਹੋਈ। ਕਹਿੰਦੇ ਜੀ ਅਸੀਂ ਡੰਪ ਲਾ ਲਿਆ, ਅਸੀਂ ਫਲਾਨਾ ਕਰ ਲਿਆ, ਅਸੀਂ ਰਾਤ ਨੂੰ ਮੋਬਾਈਲਾਂ ਦੀ ਟਰੈਕਿੰਗ ਕਰਾਂਗੇ। ਰਾਤ ਨੂੰ ਤਾਂ ਤੁਹਾਨੂੰ ਕਿੰਨੇ ਕੁ ਉਦੋਂ 13 ਅਪ੍ਰੈਲ ਦੀ ਗੱਲ ਹੈ, 13 ਅਪ੍ਰੈਲ ਨੂੰ ਤਾਂ ਪੂਰਾ ਟਾਈਟ ਸੀ ਕੰਮ, ਪੂਰਾ ਟਾਈਟ ਠੀਕ ਹੈ। ਉੱਥੇ ਬਸ ਜੀ ਅਸੀਂ ਹੁਣ ਥੱਕ ਗਏ ਜੀ, ਅਸੀਂ ਹੁਣ ਫਲਾਨਾ ਹੋ ਗਿਆ ਜੀ, ਅਸੀਂ ਹੁਣ ਲੰਗਰ ਵੰਡੀ ਜਾਂਦੇ ਹਾਂ। ਚੋਰ ਡਕੈਤ ਲੋਕਾਂ ਦੇ ਲੁੱਟੀ ਜਾਂਦੇ ਨੇ, ਚੋਰੀਆਂ ਹੋਈ ਜਾਂਦੀਆਂ ਨੇ, ਅਫਸਰ ਕੋਈ ਦਫ਼ਤਰ ਨਹੀਂ ਬਹਿੰਦਾ। ਅੰਮ੍ਰਿਤਸਰ ਦੇ ਵਿੱਚ ਜੀ ਅਮਰ ਸਿੰਘ ਚਾਹਲ ਇੱਥੇ ਕਮਿਸ਼ਨਰ ਹੁੰਦੇ ਸੀ ਜੀ, ਜਿਹੜੇ ਗੌਰਵ ਯਾਦਵ ਜਿਹੜੇ ਸੀ ਇਹ ਐਸਪੀ ਹੁੰਦੇ ਸੀ ਜੀ, ਤੇ ਅਰੁਣ ਕੁਮਾਰ ਐਸਐਚਓ ਹੁੰਦਾ ਸੀ ਸਿਵਲ ਲਾਈਨ। ਮੇਰਾ ਬੇਟਾ ਜਿਮ ਚ ਕਾਰ ਲੈ ਕੇ ਗਿਆ ਤੇ ਆਪ ਉੱਪਰ ਚਲੇ ਗਿਆ ਤਾਂ ਮਗਰੋਂ ਕਾਰ ਦੇ ਵਿੱਚ ਬੈਟਰੀ ਚੋਰ ਹੋ ਗਈ। ਅੱਛਾ ਜੀ।
ਉਹਨਾਂ ਦਿਨਾਂ ਦੇ ਵਿੱਚ ਸਾਡਾ ਨਵਾਂ ਪੰਗਾ ਪੈ ਕੇ ਡੈਡੀ ਦੇ ਮਜੀਠੀਆ ਦਾ ਜੋ ਡਾਕ ਛੋਟਾ ਕਰਕੇ ਆਏ ਜੀ, ਤੇ ਪੁਲਿਸ ਡਰੀ ਪਈ ਸੀ ਉਦੋਂ। ਤੇ ਮੈਂ ਐਸਐਚਓ ਨੂੰ ਫੋਨ ਕੀਤਾ, ਮੈਂ ਕਿਹਾ ਮੇਰੀ ਗੱਡੀ ਦਾ ਤੇਰੇ ਇਲਾਕੇ 'ਚ ਬੈਟਰੀ ਚੋਰੀ ਹੋਈ, ਦੱਸ ਕਰਨਾ ਕੀ ਆ? ਉਹਨੇ ਆਪ ਨਾ ਖਰੀਦ ਕੇ ਦੇਤੀ ਹੋਵੇ। ਮੈਂ ਤਾਂ ਇਸ ਗੱਲ ਤੇ ਅੜਿਆ, ਮੈਂ ਤਾਂ ਟਾਇਰ ਉਹੀ ਲਾਉਂ। ਸਾਨੂੰ ਦੱਸਣ ਲੱਗਾ ਨਾ ਮੇਰੀ ਗੱਲ ਚਲੋ ਤੁਸੀਂ। ਉਹ ਕਹਿੰਦਾ ਗੱਡੀ ਕਿੱਥੇ ਖੜੀ ਹੈ? ਮੈਂ ਕਿਹਾ ਫਲਾਣੀ ਜਗ੍ਹਾ ਖੜੀ ਆ। ਉਹਨੇ ਆਪਣੀ ਗੱਡੀ ਲਿਆਂਦੀ, ਗੱਡੀ ਪਾਈ, ਉਹਨੂੰ ਸਰਕਲ ਚੌਂਕੀ ਜਾ ਖੜਾ ਕਰਤਾ। ਅੱਛਾ ਜੀ। ਰਾਤ ਦੇ 10 ਵਜੇ ਸੀ, ਕਹਿੰਦਾ ਭਾਜੀ ਗੱਡੀ ਚਾਹੀਦੀ, ਗੱਡੀ ਹੋਰ ਭੇਜ ਦਿੰਦਾ। ਮੈਂ ਕਹਿੰਦਾ ਨਹੀਂ ਗੱਡੀ ਤੇ ਕਿਉਂਕਿ ਹੈਗੀ, ਕੋਈ ਗੱਲ ਨਹੀਂ, ਗੱਡੀ ਕੋਈ ਗੱਲ ਨਹੀਂ। ਚਲੋ ਜੀ, ਸਵੇਰੇ 11 ਵਜੇ ਬੰਦਾ ਇੱਕ ਨਾਲ ਕਹਿੰਦੇ ਉਹਨਾਂ ਪੁਲਿਸ ਵਾਲਾ ਜੀ, ਇੱਕ ਨਾਲ ਮਕੈਨਿਕ ਮੇਰੇ ਘਰ ਗੱਡੀ ਲੈ ਕੇ ਆ, ਗੱਡੀ ਲੈ ਲਓ ਜੀ ਆਪਣੀ। ਮੈਂ ਕਿਹਾ ਬੈਟਰੀ ਕਿੱਥੇ ਆ? ਕਹਿੰਦੇ ਬੈਟਰੀ ਗੱਡੀ ਦੇ ਵਿੱਚ ਆ ਜੀ। ਬੈਟਰੀ ਕਿੱਥੇ? ਬੈਟਰੀ ਕਹਿੰਦੇ ਗੱਡੀ ਨਵੀਂ, ਗੱਡੀ ਨਵੀਂ ਬੈਟਰੀ ਦਿਖਾ ਕੇ ਦੇਗੀ। ਮੈਂ ਕਿਹਾ ਭਾਈ ਮੈਨੂੰ ਮੇਰੀ ਬੈਟਰੀ ਚਾਹੀਦੀ, ਪਰਚਾ ਦਰਜ ਕਰੋ ਇਹਦਾ। ਫਿਰ ਚਾਹ ਸਾਹਿਬ ਦੇ ਪਰਚਾ ਦਰਜ ਕਰਾਇਆ ਤੇ ਗੌਰਵ ਹੋਰੀ ਕਹਿੰਦੇ ਭਾਜੀ ਤੁਸੀਂ ਛੱਡੋ, ਗੱਡੀ ਛੱਡੋ, ਗੱਡੀ ਨਵੀਂ ਦੇ ਦੇ। ਮੈਂ ਕਿਹਾ ਨਾ, ਜਿਹੜੀ ਗੱਡੀ ਮੇਰੇ ਕੋਲ ਤੁਸੀਂ ਰਹਿਣ ਦਿਓ, ਤੁਸੀਂ ਬੈਟਰੀ ਦਿਓ ਮੈਨੂੰ। ਫਿਰ ਪਰਚਾ ਵੀ ਦਰਜ ਕਰਾਇਆ ਉਹਦਾ। ਇਸ ਕਰਕੇ ਹਾਲ ਤੇ ਆ ਵੀ ਇਹ ਲੋਕ ਵੀ ਜਿਹੜੇ ਆ ਕੰਮ ਕਰਕੇ ਬਹੁਤੇ ਖੁਸ਼ ਨਹੀਂ ਗੇ। ਜੇ ਇਨਵੈਸਟੀਗੇਸ਼ਨ ਦੀ ਇੱਕ ਫੀਸ ਕਰਦੇ ਫੌਰਨ ਦੀ, ਜਾਂ ਤੇ ਫੌਰਨ ਵਾਲਾ ਕੰਮ ਹੀ ਕਰਨ ਜੀ। ਉੱਥੇ ਤੇ ਪਹਿਲਾਂ ਪ੍ਰੂਫ ਇਕੱਠੇ ਕੀਤੇ ਜਾਂਦੇ ਤੇ ਫਿਰ ਬੰਦੇ ਦੀ ਅਰੈਸਟ ਹੁੰਦੀ ਹੈ। ਇੱਥੇ ਅਰੈਸਟ ਕਰਕੇ ਬੰਦੇ ਬਾਅਦ ਪ੍ਰੂਫ ਇਕੱਠੇ ਕਰਦੇ ਵੀ ਕਿੱਥੇ ਪ੍ਰੂਫ ਕਿੱਥੇ ਹੈਗੇ। ਇਨਸਾਫ ਉਹਨਾਂ ਨੂੰ ਮਿਲਦਾ ਵਾ, ਜਾਂ ਛਿੱਤਰ ਵਾਲੇ ਨੂੰ, ਜਾਂ ਜਿਹੜੀ ਜੁੱਤੀ ਚਾਂਦੀ ਦੀ ਉਹਨੂੰ ਮਿਲਦਾ, ਬਾਕੀ ਕਿਸੇ ਨੂੰ ਇਨਸਾਫ ਨਹੀਂ ਮਿਲਦਾ। ਮਤਲਬ ਕਿ ਕਹਿਣ ਤੋਂ ਭਾਵ ਕਿ ਕਰੋਨਾ ਦੀ ਆੜ ਦੇ ਵਿੱਚ ਜਿਹੜੀ ਪੁਲਿਸ ਆ ਆਪਣੇ ਅਸਲ ਡਿਊਟੀ ਤੋਂ ਜਿਹੜੀ ਉਹ ਭਟਕ ਗਈ ਹੈ। ਬਿਲਕੁਲ ਕੋਈ ਸ਼ੱਕ ਵਾਲੀ ਗੱਲ ਨਹੀਂ ਜੀ, ਬਿਲਕੁਲ ਕੋਈ ਸ਼ੱਕ ਵਾਲੀ ਗੱਲ ਨਹੀਂ। ਜਿਹੜੀ ਆਪਣੀ ਹੈਗੀ ਪੁਲਿਸ ਆ ਨਾ, ਕਰੋਨਾ ਦੀ ਆ, ਵੈਸੇ ਵੀ ਮੈਂ ਤਾਂ ਵੇਖਿਆ ਪੁਲਿਸ ਕੰਮ ਨਹੀਂ ਕਰਦੀ। ਮੈਂ ਤੁਹਾਨੂੰ ਅੱਗੇ ਵੀ ਗੱਲ ਸੁਣਾਈ ਸੀਗੀ ਜੀ। ਇੱਕ ਡੀਐਸਪੀ ਹੈਡਕੁਆਟਰ ਇੱਥੇ ਹੁੰਦੇ ਸੀਗੇ, ਨਾਂ ਨਹੀਂ ਉਹਨਾਂ ਨੂੰ ਲੈਣਾ, ਅੱਜ ਕੱਲ੍ਹ ਉਹ ਆਈਜੀ ਲੈਵਲ ਤੇ, ਜੇ ਮੇਰੇ ਕੇ ਏਡੀਜੀਪੀ ਲੈਵਲ ਦੇ ਨੇ ਜੀ। ਉਹ ਮੇਰੇ ਅੱਛੇ ਵਾਕਫ ਸਾਨੂੰ ਡਾਇਰੈਕਟ ਡੀਐਸਪੀ ਭਰਤੀ ਹੋਏ ਸੀ ਜੀ। ਤੇ ਉਹਨਾਂ ਨੇ ਟ੍ਰੇਨਿੰਗ ਇੱਕ ਹੋਰ ਡੀਐਸਪੀ ਲਈ ਸੀ, ਮੇਰੇ ਦੋਸਤ ਸੀਗੇ। ਉਹਨਾਂ ਟ੍ਰੇਨਿੰਗ ਲਈ ਤੇ ਟ੍ਰੇਨਿੰਗ ਲੈਣ ਤੋਂ ਬਾਅਦ ਉਹਨੇ ਕੀ ਕੀਤਾ ਵੀ ਉਹ ਡੀਐਸਪੀ ਹੈਡਕੁਆਟਰ ਲੱਗ ਗਿਆ। ਤੇ ਦੂਜਾ ਜਿਹੜਾ ਉਸਤਾਦ ਸੀ ਉਹ ਕਹਿੰਦਾ ਯਾਰ ਮੇਰੇ ਜਿਹੜੇ ਗਨਮੈਨ ਇਹਨਾਂ ਦੀ ਬਦਲੀ ਇੱਥੋਂ ਲੈ ਕੇ ਇੱਥੇ ਕਰਦੇ, ਬਸ ਚੌਂਕੀ ਚ ਠਾਣੇ ਕਰਦੇ। ਕੋਈ ਕਿੰਨਾ ਕੰਮ ਸੀ, ਕੋਈ ਕੰਮ ਨਹੀਂ ਸੀਗਾ ਜੀ। ਇਹਨਾਂ ਦਿਨਾਂ ਚ ਇੱਕ ਮੇਰਾ ਹੌਲਦਾਰ ਰਿਸ਼ਤੇਦਾਰ ਸੀ, ਉਹ ਬੜਾ ਜੋਰ ਲਾਉਂਦਾ ਸੀ ਤੁਹਾਡਾ ਉਹ ਡੀਐਸਪੀ ਯਾਰ ਜੀ, ਐਸਪੀ ਯਾਰ। ਮੈਂ ਕਿਹਾ ਯਾਰ ਜੀ ਛੱਡ, ਤੂੰ ਪੁਲਿਸ ਯਾਰ ਨਹੀਂ ਕਹਿੰਦੇ, ਤੂੰ ਕੰਮ ਦੱਸ। ਕਹਿੰਦਾ ਜੀ ਮੇਰੀ ਬਦਲੀ ਕਰਾ ਦਿਓ। ਮੈਂ ਕਿਹਾ ਮੈਂ ਕੋਸ਼ਿਸ਼ ਕਰਕੇ ਵੇਖ ਲੈਂਦਾ ਜੀ। ਮੈਂ ਜਾ ਕੇ ਉਹਨੂੰ ਕਿਹਾ, ਮੈਂ 4-5 ਦਿਨ ਜਾਂਦਾ ਰਿਹਾ, ਉਹਨੂੰ ਬਦਲੀ ਕਰਦੇ ਕਰ ਦਿੰਦੇ। ਅੱਜ ਹੋ ਗਈ ਜੀ, ਅੱਜ ਬਦਲੀ ਨਹੀਂ ਕੀਤੀ ਉਹਨੇ। ਉਹ ਕਹਾਂ ਹੋਇਆ ਕੀ ਜੀ, ਇੱਕ ਦਿਨ ਉਹ ਆ ਗਿਆ, ਮੈਂ ਬੈਠਾ ਸੀ ਤਾਂ ਡੀਐਸਪੀ ਵੀ ਆ ਗਿਆ ਤੇ ਇਹ ਉੱਠ ਕੇ ਖੁਦ ਹੋ ਗਿਆ, ਸਰ ਇੱਥੇ ਆਉਣਾ ਨਾ, ਤੇ ਤੂੰ ਬੈਠ ਕੋਈ ਗੱਲ ਨਹੀਂ। ਨਾਲ ਦੀ ਕੁਛ ਬਹਿ ਗਿਆ, ਥੋੜੀ ਜਿਹੀ ਪਿੱਛੇ ਕਰਕੇ ਤੁਸੀਂ ਬਿਠਾ ਹੋ ਜੀ। ਇੱਕ ਮੈਂ ਬੈਠਾ ਸੀ, ਇੱਕ ਦੋ ਡੀਐਸਪੀ ਸਾਹਮਣੇ ਬੈਠਾ ਸੀ, ਉਹਦੇ ਦੋ ਰਿਸ਼ਤੇਦਾਰ ਬੈਠੇ ਸੀ। ਉਹਨੂੰ ਕਹਿੰਦਾ ਵੀ ਤੂੰ ਏਦਾਂ ਕਰੀ ਵੀ ਆ ਜਿਹੜੇ ਬਾਕੀ ਬੰਦੇ ਬਾਹਰ ਕੱਢ ਤੇ ਤੈਨੂੰ ਗੱਲ ਕਰਨੀ ਜੀ। ਮੈਂ ਕਿਹਾ ਬਾਹਰ ਚੱਲ ਜਾਂਦੇ। ਮੈਨੂੰ ਤੁਸੀਂ ਬਹਿ ਜਾਓ, ਤੁਸੀਂ ਮੈਂ ਤੁਹਾਡੀ ਕੋਈ ਗੱਲ ਨਹੀਂ, ਆਪਾਂ ਇਕੱਠੇ ਖਾਂਦੇ ਪਏ ਰਹਿੰਦੇ, ਇੱਥੇ ਤਾਂ ਕਿਹੜੀ ਗੱਲ ਹੈਗੀ ਜੀ। ਉਹਨੇ 2-3 ਪੰਜਾਬੀ ਚ ਗਾਲਾਂ ਕੱਢੀਆਂ ਡੀਐਸਪੀ ਨੂੰ ਜੀ। ਕਹਿੰਦਾ ਮੈਨੂੰ ਇਹ ਦੱਸ ਯਾਰ, ਮੇਰੇ ਤੋਂ ਸਿਵਾਏ ਤੇਰਾ ਕੋਈ ਹੋਰ ਵੀ ਉਸਤਾਦ ਹੈਗਾ ਜੀ? ਉਹ ਕਹਿੰਦਾ ਨਹੀਂ ਜੀ, ਤੁਸੀਂ ਮੇਰੇ ਉਸਤਾਦ ਜੇ। ਉਹ ਕਹਿੰਦਾ ਜੇ ਮੈਂ ਤੇਰਾ ਉਸਤਾਦ, ਤੈਨੂੰ ਮੈਂ ਆਹ ਕੰਮ ਕਿਹਾ ਵੀ ਆਹ ਮੇਰੇ ਗਨਮੈਨਾਂ ਦੀ ਬਦਲੀ ਜਿਹੜੀ ਆ ਇਹ ਇੱਥੋਂ ਚੌਂਕੀ ਤੋਂ ਠਾਣੇ ਕਰਦੇ, ਤੂੰ ਇਹ ਨਹੀਂ ਕਰ ਸਕਿਆ, ਤੁਰ ਕੀ ਕਰੇਂਗੇ ਤੂੰ ਜੀ? ਉਹ ਪਹਿਲਾਂ ਤਾਂ ਮੁਸਕਰਾਉਂਦਾ ਰਿਹਾ, ਉਹ ਗਾਲਾਂ ਕੱਢਦਾ ਰਿਹਾ। ਜਦੋਂ ਗਾਲਾਂ ਕੱਢ ਕੇ ਹਟ ਗਿਆ ਆਂਦਾ ਤੇ ਮੁਸਕਰਾਉਂਦਾ ਕੀ ਆਂਦਾ, ਉਹ ਸਰ ਤੁਸੀਂ ਆਪੇ ਤੇ ਕਿਹਾ ਸੀ ਵੀ 99% ਬੰਦੇ ਨੂੰ ਟਰਕਾਈਦਾ ਹੁੰਦਾ। ਦੱਸੋ। ਉਹ ਆਂਦਾ ਓਏ ਉਸ ਕਰਨ ਦੀ ਮੈਨੂੰ ਰੱਖਦੇ ਨਾਲ ਜੀ। ਮਤਲਬ ਇਹ ਆ ਉਹਨਾਂ ਦੀ ਸਿੱਖਿਆ, ਦੱਸੋ ਇਹ ਪੁਲਿਸ ਦੀ ਸਿੱਖਿਆ ਵੀ ਬੰਦੇ ਟਰਕਾਉਣਾ ਵਾ, ਕੰਮ ਨਹੀਂ ਕਿਸੇ ਦਾ ਵੀ ਕਰਨਾ ਜੀ। ਤੇ ਮੈਂ ਫਿਰ ਉਹਨੂੰ ਕਿਹਾ, ਮੈਂ ਕਿਹਾ ਚਲੋ ਜੀ ਮੈਂ ਚੱਲਦਾ, ਤੁਸੀਂ ਮੇਰੀ ਬਦਲੀ ਦੀ ਕਰਨੀ। ਮੈਂ ਕਿਹਾ ਉਹ ਤਰਲਾ ਮਾਰ ਲੈਦਾ, ਨਹੀਂ ਤੂੰ ਬਹਿ ਜਾ, ਆਪਣੀ ਬਦਲੀ ਕਰ ਦਿੰਦੇ ਆ। ਉਹ ਸਾਡੇ ਸਾਹਮਣੇ ਫਿਰ ਉਸੇ ਵੇਲੇ ਨੇ ਬਦਲੀ ਕੀਤੀ। ਮਤਲਬ ਜਿੱਥੇ ਪੁਲਿਸ ਦੇ ਵਿੱਚ ਅੱਜ ਦੀ ਡੇਟ ਚ ਇਹੀ ਚੱਲਦਾ ਵਾ, ਕੰਮ ਨਹੀਂ ਕਿਸੇ ਦਾ ਕਰਨਾ, ਕੰਮ ਉਹਦਾ ਕਰਨਾ ਜਿਹੜਾ ਜਾਂ ਤੇ ਤੁਹਾਨੂੰ ਚਾਂਦੀ ਦੀ ਜੁੱਤੀ ਦਾ ਕੁਝ ਦਰਸ਼ਨ ਕਰਾਉਂਦਾ ਵਾ, ਜਾਂ ਫਿਰ ਸਿਆਸੀ ਜੁੱਤੀ ਹੁੰਦੀ ਹੈ। ਬਾਕੀ ਦੂਜੇ ਦਾ ਕੰਮ ਕੋਈ ਨਹੀਂ ਹੁੰਦਾ। ਲੋਕ ਜਿਹੜੇ ਉਹ ਰੋਲ ਖੋਗੇ ਚੁੱਕ ਕੇ ਘਰਾਂ ਚ ਬਹਿ ਜਾਂਦੇ ਆ ਜੀ। ਅੱਜ ਦੀ ਡੇਟ ਦੇ ਵਿੱਚ ਵੀ ਖੋਹ ਦੀਆਂ 90% ਦੀ ਘਟਨਾਵਾਂ ਜਿਹੜੀਆਂ ਪੁਲਿਸ ਕੋਲ ਦਰਜ ਨਹੀਂ ਹੁੰਦੀ। ਮੈਂ ਕਿਹਾ ਜੀ ਤੁਸੀਂ ਆਪਾਂ ਬ੍ਰੇਕ ਤੋਂ ਬਾਅਦ ਫਿਰ ਥੋੜਾ ਜਿਹਾ ਵੇਖਦਾ ਮੈਂ ਸਮਾਂ ਕੀ ਹੋ ਗਿਆ, ਬ੍ਰੇਕ ਲੈ ਲਈਏ, ਬ੍ਰੇਕ ਤੋਂ ਬਾਅਦ ਹੋਰ ਵੀ ਕਰਦੇ ਆ ਗੱਲ ਵੀ ਕੀ ਕੁਝ ਹੋਈ ਜਾਂਦਾ ਸੜਕਾਂ ਦੇ ਉੱਤੇ
ਪੁਲਿਸ ਜੀ, ਦੀ ਜੀ, ਜੀ। ਸੋ ਰੇਡੀਓ ਪੰਜਾਬ ਟੁਡੇ ਦਾ ਪ੍ਰੋਗਰਾਮ ਸ਼ਮਾਦਾਨ ਬਾਦ ਦਸਤੂਰ ਇਸੇ ਤਰ੍ਹਾਂ ਜਾਰੀ ਰਹੇਗਾ ਜੀ। ਸਰਦਾਰ ਜਸਵੀਰ ਸਿੰਘ ਭੱਟੀ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ ਤੇ ਤੁਸੀਂ ਵੀ ਆਪਣੇ ਵਿਚਾਰ ਦਿਓ। ਤੇ ਹੁਣ ਇੱਕ ਬ੍ਰੇਕ ਲੈ ਲਈਏ, ਬ੍ਰੇਕ ਤੋਂ ਬਾਅਦ ਫਿਰ ਜੁੜਦੇ ਹਾਂ ਜੀ। ਇਸੇ ਤਰ੍ਹਾਂ ਜੁੜੇ ਰਹੋ ਰੇਡੀਓ ਪੰਜਾਬ ਟੁਡੇ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਣੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop। 5196220660 ਜਾਂ quicktrucklube.com। QTL, because we care। ਬੇਕਰਸਫੀਲਡ ਵਿਖੇ ਯੂਨੀਅਨ ਅਤੇ ਪਲਾਨਸ ਰੋਡ ਦੇ ਕਾਰਨਰ ਤੇ ਖੁੱਲ ਗਿਆ ਹੈ ਨਵਾਂ ਟਰੱਕ ਸਟਾਪ ਯੂਨੀਅਨ ਵਿਲੇਜ, ਜਿੱਥੇ ਮਿਲਦਾ ਹੈ ਵਧੀਆ ਗੈਸ ਅਤੇ ਬਿਨਾ ਬਾਇਓਡੀਜ਼ਲ ਦੇ ਵਧੀਆ ਤੇ ਸਸਤਾ ਡੀਜ਼ਲ। ਹਰ ਤਰ੍ਹਾਂ ਦੀ ਗਰੋਸਰੀ, ਚਾਈਨੀਜ਼ ਅਤੇ ਇੰਡੀਅਨ ਰੈਸਟੋਰੈਂਟ, ਜਿੱਥੇ ਮਿਲੇਗਾ ਵਧੀਆ ਖਾਣਾ। 2 ਪਰੌਂਠੇ ਸਿਰਫ 499 ਚ। ਟਰੱਕ ਡਰਾਈਵਰ ਵੀਰਾਂ ਲਈ ਟੂ ਗੋ ਅਤੇ ਬੈਠ ਕੇ ਖਾਣ ਲਈ ਵਧੀਆ ਜਗ੍ਹਾ। ਨਵੇਂ ਅਤੇ ਪੁਰਾਣੇ ਟਾਇਰਾਂ ਲਈ ਅਤੇ ਟਰੱਕਾਂ ਦੀ ਮਾਈਨਰ ਰਿਪੇਅਰ ਲਈ ਅੱਜ ਹੀ ਕਾਲ ਕਰੋ ਸੁਖੀ ਘੁੰਮਣ 661-885 8858 661 885 8858। Address 2201 South Union Avenue, Bakersfield, California 93307। Union Village। ਪੀਜੀਆਈ ਚੰਡੀਗੜ੍ਹ ਅਤੇ ਮੈਕਸ ਹਸਪਤਾਲ ਬਠਿੰਡਾ ਦੇ ਮਾਨਸਿਕ ਰੋਗਾਂ ਅਤੇ ਨਸ਼ਾ ਛੁਡਾਉਣ ਦੇ ਮਾਹਿਰ ਡਾਕਟਰ ਸਤੀਸ਼ ਥਾਪਰ ਹੁਣ ਆਪਣੇ ਕਲੀਨਿਕ ਵਿੱਚ ਹਰ ਰੋਜ਼ ਸਵੇਰੇ 9 ਵਜੇ ਤੋਂ 12 ਵਜੇ ਤੱਕ ਅਤੇ ਫਿਰ 2 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਸਲਾਹ ਲਈ ਮਿਲਣਗੇ। ਪਤਾ ਨੋਟ ਕਰ ਲਓ, ਡਾਕਟਰ ਸਤੀਸ਼ ਥਾਪਰ, ਇੰਟੀਗ੍ਰੇਟਿਵ ਸਾਈਕੈਟ੍ਰਿਕ ਕੇਅਰ, ਸਾਹਮਣੇ ਗੁਰਦੁਆਰਾ ਸਾਹਿਬ, ਨਾਮਦੇਵ ਰੋਡ, ਬਠਿੰਡਾ। ਸੰਪਰਕ ਨੰਬਰ 9814 32345 ਯਾਨੀ ਕਿ 9814 32345। JB Truck Repair, Yuba City, Certified Cummins, Detroit Freightliner, Western Star, Volvo, Caterpillar ਅਤੇ Series 60 ਇੰਜਨਸ, ਇੰਟਰਨੈਸ਼ਨਲ ਅਤੇ ਆਟੋਮੈਟਿਕ ਟਰਾਂਸਮਿਸ਼ਨਸ। 5 ਸਾਲ ਦਾ ਫਰੇਟਲਾਈਨ ਡੀਲਰਸ਼ਿਪ ਦਾ ਐਕਸਪੀਰੀਅੰਸ। ਇਹ ਇੰਜਨ, ਟਰੱਕ, ਟ੍ਰੇਲਰ, AC, ਇਲੈਕਟ੍ਰੀਕਲ, DPF, DEF ਰਿਪੇਅਰ ਕਰਦੇ ਹਨ। ਟਰਾਂਸਮਿਸ਼ਨ, ਰੀਅਰ ਐਂਡ, ਬ੍ਰੇਕਸ, ਆਇਲ ਚੇਂਜ ਕਰ ਦਿੰਦੇ ਹਨ। ਸਰਟੀਫਾਈਡ 90 ਡੇ DOT ਇੰਸਪੈਕਸ਼ਨ ਅਤੇ ਸਰਟੀਫਾਈਡ ਐਨੂਅਲ ਫੈਡਰਲ DOT ਇੰਸਪੈਕਸ਼ਨ ਕਰਦੇ ਹਨ। 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7। ਨਵੇਂ ਕਸਟਮਰਸ ਲਈ 10% ਡਿਸਕਾਊਂਟ। ਹਫਤੇ ਦੇ 7 ਦਿਨ ਸਵੇਰ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916 696 0634 ਜਾਂ ਜਗਰਾਜ ਬਲ 530 339 15। ਐਡਰੈਸ 3894 ਰੇਲ ਰੋਡ ਐਵਨਿਊ, ਯੂਬਾ ਸਿਟੀ। ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਦੇ ਵਿੱਚ ਤੁਸੀਂ ਇਸ ਵਕਤ ਰੇਡੀਓ ਪੰਜਾਬ ਟੁਡੇ ਦੇ ਨਾਲ ਜੁੜੇ ਹੋਏ ਹੋ। ਸਾਡੇ ਨਾਲ ਸਰਦਾਰ ਜਸਵੀਰ ਸਿੰਘ ਭੱਟੀ ਹੋਰੀ ਨੇ ਤੇ ਤੁਹਾਨੂੰ ਦੱਸ ਦਈਏ ਕਿ ਅੱਜ ਦਾ ਇਹ ਪ੍ਰੋਗਰਾਮ ਪਿੰਡ ਭੈਣੀ ਵੜਿੰਗਾ, ਜ਼ਿਲ੍ਹਾ ਲੁਧਿਆਣਾ ਤੋਂ ਸਾਡੇ ਸਤਿਕਾਰਤ ਲਿਸਨਰਸ ਵੱਲੋਂ ਭੇਜਿਆ ਗਿਆ। ਇੱਕ ਚੀਜ਼ ਜੀ ਸੁਨੇਹਾ ਦਿਓ, ਬਾਕੀ ਖਬਰਾਂ ਤਾਂ ਆਪਾਂ ਬਾਅਦ ਚ ਕਰਾਂਗੇ। ਸਰਦਾਰ ਬਲਬੀਰ ਸਿੰਘ ਹੋਰਾਂ ਦਾ, ਜਿਹੜੇ ਹਾਕੀ ਖਿਡਾਰੀ ਨੇ, ਬਲਬੀਰ ਸਿੰਘ ਸੀਨੀਅਰ, ਉਹਨਾਂ ਦੀ ਕੀ ਸਿਹਤ ਹੈ ਜੀ? ਸਿਹਤ ਦਾ ਕੀ ਹਾਲ ਹੈ? ਦੇਖੋ ਜੀ, ਉਹ ਉਮਰ ਤਕਾਜ਼ੇ ਦੇ ਹਿਸਾਬ ਨਾਲ ਕਾਫੀ ਉਮਰ ਉਹਨਾਂ ਦੀ ਹੋ ਗਈ ਆ ਜੀ। ਸਿਹਤ ਤੇ ਉਹਨਾਂ ਦੀ ਚਲੋ ਹੁਣ ਗੰਭੀਰ ਹੀ ਆ, ਲੇਕਿਨ ਜਿਹੜੇ ਉਹਨਾਂ ਨੇ ਮੈਂ ਸੋਚਦਾ ਵੀ ਝੰਡੇ ਗੱਡੇ ਸੀ ਉਹ ਕੋਈ ਗੱਡ ਨਹੀਂ ਸਕਦਾ। ਬਲਬੀਰ ਸਿੰਘ ਸੀਨੀਅਰ ਤੇ ਬਲਬੀਰ ਸਿੰਘ ਜੂਨੀਅਰ, ਜਿਹੜੇ ਬਲਬੀਰ ਜੂਨੀਅਰ ਸੀ ਉਹ ਮੈਨੂੰ ਮਿਲੇ ਸੀ, ਉਹਨੇ ਇੱਕ ਗੱਲ ਪੁੱਛੀ, ਕਹਿੰਦੇ ਇਹ ਮੈਂ ਨਹੀਂ ਹੈਗਾ ਜੀ। ਬਲਬੀਰ ਸਿੰਘ ਸੀਨੀਅਰ ਦਾ ਪਹਿਲਾਂ ਥੋੜਾ ਜਿਹਾ ਸਰੀਰ ਮੋਟਾ ਹੁੰਦਾ ਸੀ। ਜਦੋਂ ਇਹ ਕਬੱਡੀ ਹਾਕੀ ਖੇਡਣ ਲੱਗਾ ਤੇ ਘਰੋਂ ਅੱਛਾ ਸੀਗਾ ਤੇ ਆਪਣਾ ਬਾਲ, ਆਪਣੀ ਹਾਕੀ, ਆਪਣਾ ਡਾਇਰੈਕਸ਼ਨ ਦਾ ਆਪ ਰੱਖ ਦਿੰਦਾ ਸੀ ਜੀ। ਤੇ ਜਿੱਥੇ ਸਪੋਰਟਸ ਕਾਲਜ ਪੜ੍ਹਦੇ ਸੀਗੇ ਉੱਥੇ ਕੁਝ ਤੁਹਾਨੂੰ ਪਤਾ ਹਰ ਹੁੰਦਾ ਵੀ ਇਹ ਬੰਦਾ ਅੱਗੇ ਨਿਕਲਣਾ ਚਾਹੀਦਾ ਜੀ। ਇਵਨ ਇਹਨੂੰ ਇਹਦੇ ਕੋਚ ਨੇ ਕਹਿਤਾ ਵੀ ਕਾਕਾ ਤੂੰ ਸਪੋਰਟਸ ਪਲੇਅਰ, ਤੂੰ ਪਲੇਅਰ ਨਹੀਂ ਬਣ ਸਕਦਾ, ਤੂੰ ਹਾਕੀ ਪਲੇਅਰ ਨਹੀਂ ਬਣ ਸਕਦਾ ਜੀ। ਦ੍ਰਿੜਤਾ ਉਸਦੀ ਇੰਨੀ ਸੀ, ਉਹਨੇ ਕਿਹਾ ਚਲੋ ਠੀਕ ਹੈ ਜੀ, ਤੁਸੀਂ ਕਹਿਤਾ ਪਰ ਤੁਸੀਂ ਮੈਨੂੰ ਸਿਖਾਓ, ਮੈਂ ਵੇਖਦਾ ਬਣ ਸਕਦਾ ਨਹੀਂ ਬਣ ਸਕਦਾ ਜੀ। ਜੇ ਬਾਕੀ ਖਿਡਾਰੀ ਸਵੇਰੇ ਸ਼ਾਮ ਪ੍ਰੈਕਟਿਸ ਕਰਦੇ ਸੀ ਤੇ ਉਹਨੇ ਇੱਕ ਵਾਰੀ ਪ੍ਰੈਕਟਿਸ ਕੀਤੀ ਵੀ ਮੇਰੇ ਮਸਲ ਨਾ ਖਿੱਚੇ ਜਾਣ ਜੀ। ਆਪਣੇ ਮਸਲ ਬਚਾਏ, ਆਪਣੇ ਨੂੰ ਫਿੱਟ ਕੀਤਾ। ਫਿੱਟ ਕਰਨ ਤੋਂ ਬਾਅਦ ਕੀਤੀ ਗੇਮ ਖੇਡੀ। ਗੇਮ ਖੇਡ ਕੇ ਇੰਟਰਨੈਸ਼ਨਲ ਲੈਵਲ ਤੇ ਜਾ ਕੇ ਫਿਰ ਇਹਨੇ ਗੋਲ ਕਰਦਾ ਸੀ। ਇਹਦੇ ਵੀ ਗੋਲ ਇਹ ਨਾ ਕਰਦੇ ਸੀ ਜਿਵੇਂ ਕਹਿ ਜੀ ਨਾ ਆਪਣਾ ਧਿਆਨ ਸਿੰਘ, ਧਿਆਨ ਚੰਦ ਜੀ, ਉਸੇ ਤਰ੍ਹਾਂ ਹੀ ਅੱਖ ਦੇ ਫੌਜ ਚ ਗੋਲ ਕਰਦਾ ਸੀ।
ਔਰ ਇਹਦੇ ਤੇ ਇਹ ਗੱਲ ਹੈਗੀ ਸੀ ਵੀ ਕਿਸੇ ਵੇਲੇ ਇੱਕ ਕੋਚ ਨੇ ਕਹਿਤਾ ਵੀ ਕਾਕਾ ਤੂੰ ਪਲੇਅਰ ਨਹੀਂ ਬਣ ਸਕਦਾ ਜੀ। ਮੁੜ ਕੇ ਇਹ ਏਡਾ ਵੱਡਾ ਪਲੇਅਰ ਬੜਾ ਵੀ ਹਿੱਟ ਲਾਉਂਦਾ ਸੀ ਤੇ ਇਹਦੀ ਗੇਂਦ 3 ਗਰਾਊਂਡਾਂ ਟੱਪ ਜਾਂਦੀ ਸੀ ਜੀ। ਉਹ ਕੋਚ ਕਹਿੰਦਾ ਸੀ ਕਾਕਾ ਤੇਰੇ ਵਰਗਾ ਪਲੇਅਰ ਜੰਮ ਨਹੀਂ ਸਕਦਾ ਜੀ। ਮੇਰਾ ਕਹਿਣ ਤੋਂ ਬਾਅਦ ਅਸੀਂ ਕਹੀਏ ਵੀ ਇਹਨਾਂ ਲੋਕਾਂ ਕੋਲ ਸਾਨੂੰ ਜਿਹੜੀਆਂ ਅਸੀਂ ਕਹਿੰਦੇ ਕਿ ਵੱਡੀ ਵੱਡੀ ਉਮਰ ਕਰੇ ਸੱਚੇ ਪਾਤਸ਼ਾਹ ਜੀ। ਅਕਾਲ ਪੁਰਖ ਨੂੰ ਤੰਦਰੁਸਤੀ ਬਸੇ ਉਹਨਾਂ ਦੀ ਅਸੀਂ ਇਹੀ ਕਰ ਸਕਦੇ ਹਾਂ ਅਰਦਾਸ ਕਰਦੇ ਉਹਨਾਂ ਤੰਦਰੁਸਤੀ ਤੇ ਉਹਨਾਂ ਦੀ। ਲੇਕਿਨ ਜਿਹੜੇ ਪੂਰਨੇ ਉਹਨਾਂ ਦੇ ਪਾਏ ਉਹਨਾਂ ਪੂਰਨਿਆਂ ਤੇ ਅੱਜ ਦੇ ਨੌਜਵਾਨ ਨੂੰ ਚਾਹੀਦਾ ਵੀ ਨਸ਼ੇ ਪੱਤੇ ਛੱਡ ਕੇ ਤੇ ਉਹਨਾਂ ਤੋਂ ਇੱਕ ਜਿਹੜੀ ਸੀ ਇੱਕ ਅਬਕ ਲਓ ਜੀ। ਤੇ ਇਹਨਾਂ ਲੋਕਾਂ ਨੇ ਵੇਖੋ ਆਪਣੀ ਜਿਹੜੀ ਜ਼ਿੰਦਗੀ ਖਤਰੇ 'ਚ ਪਾ ਕੇ ਵੀ ਤੇ ਆਪਣੇ ਆਪ ਨੂੰ ਕਿਸ ਤਰੀਕੇ ਨਾਲ ਉਹਨੇ ਜਿਹੜੇ ਬੰਦੇ ਨੂੰ ਕਹਿਤਾ ਕਿ ਤੂੰ ਇਹ ਕੰਮ ਨਹੀਂ ਕਰ ਸਕਦੇ ਕਰਕੇ ਵਿਖਾਇਆ ਜੀ। ਇਹ ਦ੍ਰਿੜਤਾ ਹੁੰਦੀ ਆ। ਤੇ ਮੈਂ ਸੋਚਦਾ ਇੱਕੋ ਹੀ ਗੱਲ ਕਰਾਂਗੇ ਅਕਾਲ ਪੁਰਖ ਅੱਗੇ ਵੀ ਸੱਚੇ ਪਾਤਸ਼ਾਹ ਉਹਨਾਂ ਨੂੰ ਜਲਦੀ ਤੰਦਰੁਸਤ ਬਖਸ਼ੋ ਤੰਦਰੁਸਤ ਬਖਸ਼ੋ ਤੇ ਉਹ ਆ ਕੇ ਆਪਣਾ ਜਿਹੜਾ ਕੰਮ ਕਰਦੇ ਸੀ ਪਹਿਲਾਂ ਫਿਰ ਲੋਕਾਂ ਨੂੰ ਗਾਈਡੈਂਸ ਦੇ ਸਕਣ ਜੀ। ਤੇ ਉਧਰ ਜੀ ਕਹਿੰਦੇ ਕਰੋਨਾ ਦੀ ਆਪਾਂ ਗੱਲ ਕਰਦੇ ਕਰੋਨਾ ਦੇ ਲਾਕਡਾਊਨ ਦੇ ਵਿੱਚ ਹਾਂਜੀ ਕੋਈ ਹੁੱਕਾ ਪਾਰਟੀ ਕਰੀ ਜਾਂਦਾ ਕੋਈ ਡਾਂਸ ਪਾਰਟੀ ਕਰੀ ਜਾਂਦਾ ਕੋਈ ਕੁਛ ਕਰੀ ਜਾਂਦਾ ਤੇ ਬੀਬੀਆਂ ਵੀ ਕਹਿੰਦੇ ਜਲੰਧਰ ਦੀਆਂ ਪਿੱਛੇ ਨਹੀਂ ਰਹੀਆਂ। ਦੇਖੋ ਜੀ ਜਲੰਧਰ ਦੀ ਬੀਬੀਆਂ ਨੇ ਜਿਹੜੀਆਂ 6 ਬੀਬੀਆਂ ਨੇ ਤਾਸ਼ ਲਈ ਤੇ ਨਾਲ ਫਿਰ ਉੱਥੇ ਜੂਆ ਖੇਡਣਾ ਸ਼ੁਰੂ ਕਰਤਾ। ਅੱਛਾ ਜੀ। ਉਹ ਗੱਲ ਸਾਹਮਣੇ ਨਹੀਂ ਹੋ ਸਕਦਾ ਵੀ ਨਾਲ ਬੀਅਰਸ਼ਿਪ ਵੀ ਚੱਲਦੀ ਹੋਵੇ ਕਿਉਂ ਜੇ ਇਹ ਕੰਮ ਚੱਲਦਾ ਤੇ ਬੀਅਰਸ਼ਿਪ ਤੇ ਕੋਈ ਜ਼ਰੂਰ ਚੱਲਦੀ ਹੋਵੇਗੀ ਜਾਂ ਦਲ ਸਿੱਕਾ ਚੱਲਦਾ ਹੋਗਾ ਮਾੜਾ ਮੋਟਾ ਜੀ। ਉਹ ਫਿਰ ਕਿਸੇ ਨੇ ਪੁਲਿਸ ਨੂੰ ਕਿਹਾ ਭਾਈ ਤੁਸੀਂ ਬਾਕੀ ਤੇ ਹੁੱਕਾ ਬਾਰ ਫੜੀ ਜਾਂਦੇ ਹੋ ਸ਼ਰਾਬ ਫੜੀ ਜਾਂਦੇ ਹੋ ਸਭ ਕੁਝ ਇੱਧਰ ਵੇਖੋ ਕੀ ਬਣ ਜਾਏ ਤੇ ਜਾਂ ਜੂਆ ਚੱਲਦਾ ਵੀ ਫੜੋ ਤੁਸੀਂ ਜੀ। ਉਹਨਾਂ ਨੇ ਫਿਰ ਰੇਡ ਕੀਤਾ ਪੁਲਿਸ ਨੇ ਰੇਡ ਕਰਕੇ ਤੇ ਉਹਨਾਂ ਬੀਬੀਆਂ ਕੋਲੋਂ ਕਰੀਬ 14,000 ਰੁਪਈਆ ਤੇ 2 ਤਾਸ਼ਾਂ ਤੇ ਨਾਲ 6 ਬੀਬੀਆਂ ਨੂੰ ਉਹਨਾਂ ਕਿਹਾ ਬੈਠੋ ਗੱਡੀ ਚੱਲੀਏ ਬੀਬੀ ਜੀ ਤੁਹਾਨੂੰ ਸਹੁਰੇ ਨੂੰ ਲੈ ਕੇ ਜਾਣਾ। ਤੁਸੀਂ ਇੱਕ ਕਾਬਲੀ ਵਾਲਾ ਮਿੱਕਾ ਸਟੋਰੀ ਪੜ੍ਹੀ ਹੋਣੀ ਹੈ ਜੀ ਬਾਬਾ ਹਾਂਜੀ ਬਾਬਾ ਕਾਬਲੀ ਵਾਲਾ ਹਾਂਜੀ। ਤੇ ਜਦੋਂ ਉਹ ਲੜਕੀ ਪੁੱਛਦੀ ਹੈ ਬਾਬਾ ਕਿੱਥੇ ਚੱਲਿਆ ਜਦੋਂ ਉਹਦੇ ਕੋਲ ਮਰਡਰ ਹੋ ਜਾਂਦਾ ਤੇ ਉਹ ਕਹਿੰਦਾ ਬੇਟਾ ਮੈਂ ਸਸੁਰਾਲ ਜਾ ਰਹਾ ਹੂੰ। ਸਸੁਰਾਲ ਜਾ ਰਹਾ ਹਾਂ। ਉਹਨਾਂ ਬੀਬੀਆਂ ਨੂੰ ਕਿਹਾ ਪਿਆ ਤੁਹਾਨੂੰ ਸਸੁਰਾਲ ਲੈ ਕੇ ਚੱਲੀਏ ਦਿਖਾਈਏ ਤੇ ਜਾ ਕੇ ਵੇਖੋ ਕੀ ਬਣਦਾ ਕੀ ਨਹੀਂ ਬਣਦਾ। ਤੇ ਉਹਨਾਂ ਬੀਬੀਆਂ ਦਾ 188 ਤੇ ਧਾਰਾ ਜਿਹੜਾ ਚਲਾਨ ਕਰ ਦਿੱਤਾ ਗਿਆ ਜੀ। ਫਿਰ ਇਹ ਬੜੀ ਗੱਲ ਹੈ ਜੀ ਜਿਹੜਾ ਅਸਲ ਕਰਨਾ ਨਾ ਤਾਂ ਮੂਸੇ ਵਾਲੇ ਤੇ ਉਹ ਕੰਮ ਕੀਤਾ ਬੀਬੀਆਂ ਤੇ ਵੀ ਉਹੀ ਕਰਤਾ ਤੇ ਜੂਏ ਦਾ ਐਕਟ ਕਿਉਂ ਨਹੀਂ ਲਾਇਆ ਫਿਰ? ਜੂਆ ਨਹੀਂ ਜੂਆ ਤਾਂ ਲਾ ਦਿਓ ਤਾਂ ਵੀ ਜ਼ਮਾਨਤ ਉਸ ਲੈਣੀ ਪੈਣੀ ਉਹਨਾਂ ਨੂੰ। ਜੂਆ ਐਕਟ ਲਾ ਦਿਓ ਵੀ ਜ਼ਮਾਨਤ ਲੈ ਪੈਂਦੀ ਆ। ਆਮ ਤੌਰ ਤੇ ਜਿਹੜੇ ਬੰਦੇ ਵਾਰਾਗਰਦੀ 'ਚ ਫੜੇ ਜਾਂਦੇ ਆ ਜਾਂ ਜਿਹੜੇ ਜੋੜੇ ਰੰਗ ਦੇ ਬੰਦੇ ਫੜੇ ਜਾਂਦੇ ਆ ਉਹਨਾਂ ਤੇ ਇਮੋਰਲ ਐਕਟ ਕਿਉਂ ਨਹੀਂ ਹੁੰਦੇ? ਇਮੋਰਲ ਐਕਟ ਦੇ ਵਿੱਚ ਇਹਨਾਂ ਨੂੰ ਸਿਆਪਾ ਪੈਂਦਾ ਵੀ ਉੱਥੇ ਹਾਜ਼ਰੀ ਇੱਕ ਗਜ਼ਟਡ ਅਫਸਰ ਦੀ ਪਾਉਣੀ ਪੈਂਦੀ ਹੈ ਜੀ ਵੀ ਇਹ ਗਜ਼ਟਡ ਅਫਸਰ ਸਾਡੇ ਨਾਲ ਸੀ ਤੇ ਕਈ ਗਜ਼ਟਡ ਅਫਸਰ ਵੇਖ ਜਾਂਦੇ ਜਦੋਂ ਮੈਂ ਗਿਆ ਨਹੀਂ ਤੇ ਮੈਂ ਕਿਉਂ ਇੰਨੀ ਗੱਲ ਲਿਖਾਂ ਮੈਂ ਗਿਆ ਉਸ ਮੌਕੇ ਤੇ ਹਾਂਜੀ ਹਾਂਜੀ ਕੱਲ ਨੂੰ ਮੈਂ ਥੋੜੀ ਫਸਣਾ ਵਾ। ਉਹ ਫਿਰ ਪੁਲਿਸ ਕੀ ਕਰਦੀ 157 ਜਿਹਨਾਂ ਦੀ ਜਿਹੜੀ ਚਲਾਨ ਕਰਕੇ ਜਾਂਦੀ ਉਹ ਭੇਜਦੀ ਹੈ ਜੇਲ੍ਹ ਵਾਲੇ ਜ਼ਮਾਨਤ ਲੈ ਲੈਂਦੇ ਉੱਥੇ ਪੁਲਿਸ ਜੱਜ ਜ਼ਮਾਨਤ ਲੈ ਲੈਂਦੇ। ਜੀ 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 ਇਸ ਕਰਕੇ ਤੁਹਾਡੀ ਗੱਲ ਠੀਕ ਆ ਚਾਹੀਦਾ ਸੀ ਵੀ ਜੂਆ ਐਕਟ ਵੀ ਲਾਇਆ ਜਾਂਦਾ ਤੇ ਇਹ ਤਾਂ ਥੋੜੀ ਸਜ਼ਾ ਦਿੱਤੀ ਜਾਂਦੀ ਵੀ ਬੀਬੀਓ ਤੁਸੀਂ ਬੀਬੀਆਂ ਜੇ ਠੀਕ ਹੈ ਜੀ ਬੀਬੇ ਨਹੀਂ ਨਾਲੇ ਬੀਬੀਆਂ ਦਾ ਅਧਿਕਾਰ ਤਾਂ ਅੱਧ ਦਾ ਬਰਾਬਰ ਦਾ ਮੰਗਦੀਆਂ ਤੇ ਫਿਰ ਸਜ਼ਾ ਵੀ ਤਾਂ ਬਰਾਬਰ ਦੀ ਹੋਣੀ ਚਾਹੀਦੀ ਹੈ ਨਾ। ਬਿਲਕੁਲ ਮੈਂ ਤੁਹਾਨੂੰ ਦੱਸਣ ਲੱਗਾ ਜੀ ਬੀਬਾ ਲਫ਼ਜ਼ ਕੀ ਤੁਸੀਂ ਡਿਕਸ਼ਨਰੀ ਖੋਲ ਕੇ ਵੇਖੋ। ਬੀਬਾ ਕਿਹਾ ਜਾਂਦਾ ਇੱਕ ਚਾਈਲਡ ਨੂੰ ਜੀ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਆਪਣੀ ਨੂੰਹ ਨੂੰ ਬੀਬਾ ਕਹਿਣ ਤੋਂ ਉਹ ਫੱਬਦਾ ਵਾ। ਨਹੀਂ ਉਹ ਬੀਬਾ ਸਾਡੇ ਨਾ ਜੀ ਮਾਲਵੇ ਦੇ ਵਿੱਚ ਵੱਡੀ ਭੈਣ ਜਾਂ ਸਿਆਣਾ ਜਿਹੜਾ ਬੰਦਾ ਨਾ ਉਹਨੂੰ ਵੀ ਬੀਬਾ ਬੱਚਾ ਬੀਬਾ ਕਹਿ ਦਿੰਦੇ। ਮੈਂ ਨਾ ਤੁਹਾਡੇ ਕਹਿੰਦੇ ਹੋਣਗੇ ਜੀ ਮੈਂ ਤੁਹਾਨੂੰ ਸਾਡੇ ਬੀਬੀ ਵਰਡ ਯੂਜ਼ ਕਰਦੇ ਬੀਬਾ ਨਹੀਂ ਕਹਿੰਦੇ ਸਾਡੇ ਅਸੀਂ ਬੀਬੀ ਵਰਡ ਬੀਬੀ ਤੇ ਵੱਡੀ ਭੈਣ ਵੀ ਹੁੰਦੀ ਉਹਨੂੰ ਮਾਂ ਦਾ ਸਤਿਕਾਰ ਦਿੱਤਾ ਜਾਂਦਾ ਉਹਨੂੰ ਬੀਬੀ ਕਹਿੰਦੇ। ਹਾਂਜੀ ਹਾਂਜੀ ਤੇ ਇਸ ਕਰਕੇ ਬੀਬਾ ਨਹੀਂ ਬੀਬਾ ਤਾਂ ਹੁੰਦਾ ਬੱਚਾ ਹੁੰਦਾ ਛੋਟਾ ਚਾਈਲਡ ਹੁੰਦਾ। ਇਸ ਕਰਕੇ ਮੈਂ ਸੋਚਦਾ ਵੀ ਉਹਨੂੰ ਬੀਬਾ ਨੂੰ ਸਾਰੇ ਬੀਬਾ ਕਹੀ ਜਾਂਦੇ ਹੁਣ ਆਦੇਸ਼ ਪ੍ਰਦਾਨ ਦੀ ਵਾਈਫ ਨੂੰ ਬੀਬਾ ਕਹੀ ਜਾਂਦੇ ਉਹਨੂੰ ਬੀਬਾ ਕਹੀ ਜਾਂਦੇ ਆ ਤੇ ਇਹ ਕੋਈ ਚੰਗੀ ਪ੍ਰੈਕਟਿਸ ਨਹੀਂ ਹੈਗੀ। ਇਸ ਕਰਕੇ ਉਹ ਬੀਬੀਆਂ ਜਿਹੜੀਆਂ ਵਿਚਾਰੀਆਂ ਬੀਬੀ ਸ਼ਬਦ ਕਹਿ ਦਿਓ ਜੇ ਕਹਿਣਾ ਜਿਵੇਂ ਕਹਿਣਾ ਤਾਂ ਬੀਬੀ ਸਤਿਕਾਰਯੋਗ ਸ਼ਬਦ ਆ ਜੀ। ਬਿਲਕੁਲ ਬੀਬੀ ਸਾਡੇ ਸਮਾਜ ਦਾ ਬਹੁਤ ਸਤਿਕਾਰਯੋਗ ਸ਼ਬਦ ਹੈ। ਦੂਜਾ ਸ਼ਬਦ ਕੋਈ ਹੈ ਹੀ ਕੋਈ ਨਹੀਂ ਗਾ ਜੀ। ਪਰ ਆਏ ਨਾ ਜੀ ਹੁਣ ਕੁੜੀਆਂ ਘੁਮਾ ਕੇ ਨਹੀਂ ਖੁਸ਼ ਵੀ ਕਹੇ ਬੀਬੀ ਕਹਿਤਾ ਤਾਂ ਮੈਂ ਤਾਂ ਬੁੱਢਾ ਕਹਿਤਾ। ਅੱਗੇ ਹੁਣ ਜੇ ਬੀਬੀ ਸੁਰਿੰਦਰ ਕੌਰ ਬਾਦਲ ਸੀ ਉਹਨੂੰ ਬੀਬੀ ਕਹਿੰਦੇ ਸੀ ਤੇ ਬੀਬਾ ਜੀ ਹੁਣ ਕਹਿਣਗੇ ਤਾਂ ਕੋਈ ਮੈਂ ਤਾਂ ਚਲੋ ਆਪਾਂ ਇਹਨਾਂ ਗੱਲਾਂ 'ਚ ਕਿਉਂ ਪੈਣਾ। ਪਰ ਗੱਲ ਇਹ ਜੀ ਦੇਖੋ ਹੁਣ ਹੈਰਾਨੀ ਦੀ ਗੱਲ ਪੱਟੀ ਸਾਹਿਬ ਕੱਲ ਵੀ ਅਸੀਂ ਚਿੰਤਾ ਦਾ ਵਿਸ਼ਾ ਜ਼ਾਹਰ ਕੀਤਾ ਜਿਵੇਂ ਹੁਣ ਪੁਲਿਸ ਤਾਂ ਥੱਕੀ ਟੁੱਟੀ ਆ ਕੰਮ ਪੁਲਿਸ ਕਰ ਨਹੀਂ ਰਹੀ ਕੋਈ
ਠੀਕ ਹੈ ਜੀ, ਜੀ। ਜੀ। ਤੇ ਸੜਕਾਂ ਦੇ ਉੱਤੇ ਕੀ ਬੀਤਣੀ ਹੈ, ਲੁੱਟ ਖਸੁੱਟ, ਤੁਹਾਨੂੰ ਪਤਾ ਵੀ ਅੰਨੇ ਵਾਹ ਹੁਣ ਗੱਡੀਆਂ ਸਪੀਡਾਂ ਫੁੱਲ ਚੱਲ ਰਹੀਆਂ ਨੇ, ਹੈ ਜੀ। ਅਗਲਾ ਕਹਿੰਦਾ ਕਿ ਸੜਕ ਖਾਲੀ ਹੈ, ਪਰ ਸੜਕ ਖਾਲੀ ਥੋੜਾ ਹੈ ਜੀ, ਬੜਾ ਕੁਝ ਹੋ ਰਿਹਾ। ਆਪਾਂ ਕਾਲ ਲੈ ਲਈਏ ਫਿਰ ਅੱਗੇ ਚੱਲਦੇ ਹਾਂ। ਸਤਿ ਸ਼੍ਰੀ ਅਕਾਲ ਜੀ, 92 164 ਤੇ ਆਉਨੇ ਰੋ। ਸਤਿ ਸ੍ਰੀ ਅਕਾਲ ਦਾਨੇਵਾਲੀਆ ਸਾਹਿਬ ਤੇ ਸਤਿ ਸ੍ਰੀ ਅਕਾਲ ਪੱਟੀ ਸਾਹਿਬ, ਲਖਵਿੰਦਰ ਬੋਲਦਾ ਨਿਊਯਾਰਕ ਜੀ ਤੋਂ। ਜੀ ਲਖਵਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਪੱਟੀ ਸਾਹਿਬ ਨਜ਼ਾਰਾ ਬੰਨ ਦਿੰਦੇ, ਰੌਣਕਾਂ ਲਾ ਦਿੰਦੇ ਐ, ਖੇੜੇ ਖੇੜੇ ਜਿੱਦਾਂ ਕਹਿੰਦੇ ਚਿਹਰੇ ਖਿੜਨ ਲਾ ਦਿੰਦੇ ਸਾਰਿਆਂ ਦੇ ਜੀ। ਦਾਨੇਵਾਲੀ ਸੇ ਮਿਹਰਬਾਨੀ ਹੈ। ਮੈਂ ਕਿਹਾ ਕਾਲ ਕਰੀਏ, ਸਤਿ ਸ੍ਰੀ ਅਕਾਲ ਕਰੀਏ, ਬੜਾ ਚਿਰ ਹੋ ਗਿਆ ਸਤਿ ਸ੍ਰੀ ਅਕਾਲ ਹੋਈ ਨੂੰ। ਜੀ ਜੀ, ਮਿਹਰਬਾਨੀ। ਹਾਂਜੀ ਹਾਂਜੀ, ਤਾਂ ਮਨਮੋਹਨ ਸਿੰਘ ਦਾ ਕੀ ਹਾਲ ਆ ਜੀ? ਠੀਕ ਹੈ ਜੀ, ਉਹਨਾਂ ਨੂੰ ਛੁੱਟੀ ਮਿਲ ਜਾਣੀ, ਮੈਨੂੰ ਲੱਗਦਾ ਮਿਲ ਗਈ ਹੋਣੀ ਬਲ ਤਾਂ। ਠੀਕ ਹੈ ਜੀ, ਚਲੋ ਠੀਕ ਹੈ, ਥੈਂਕ ਯੂ ਜੀ, ਜੀ। ਸਤਿ ਸ੍ਰੀ ਅਕਾਲ। ਤੇ ਆਪਾਂ ਗੱਲ ਕਰ ਰਹੇ ਸੀ ਪੱਟੀ ਸਾਹਿਬ ਵੀ ਦੇਖੋ ਹੁਣ ਪੁਲਿਸ ਤਾਂ ਸੜਕਾਂ ਤੇ ਨਹੀਂ ਦਿਸਦੀ, ਠੀਕ ਹੈ ਜੀ। ਗੱਡੀਆਂ ਸ਼ੂਕਦੀਆਂ ਜਾਂਦੀਆਂ ਨੇ, ਲੁੱਟ ਖਸੁੱਟ ਹੁਣ ਦੇਖੋ ਸ਼ੁਰੂ ਹੋ ਜਾਣੀਆਂ। ਜਿਵੇਂ ਆਪਾਂ ਪਹਿਲੇ ਗੱਲ ਕੀਤੀ, ਚੋਰੀਆਂ ਤਾਂ ਪਹਿਲਾਂ ਨਹੀਂ, ਜੇ ਕਰਫਿਊ ਦੇ ਵਿੱਚ ਚੋਰੀਆਂ ਹੋਈ ਜਾਂਦੀਆਂ, ਕਰਫਿਊ ਦੇ ਵਿੱਚ ਕੀ ਕਹਿੰਦੇ ਆ, ਦੁਕਾਨਾਂ ਟੁੱਟ ਰਹੀਆਂ ਨੇ, ਕਰਫਿਊ ਦੇ ਵਿੱਚ ਸ਼ਰਾਬ ਲੁੱਟੀ ਜਾ ਰਹੀ ਹੈ, ਤਾਂ ਕੀ ਕਹੋਗੇ ਫਿਰ? ਬਿਲਕੁਲ ਜੀ, ਵੇਖੋ ਜੀ, ਗੱਲ ਤੇ ਫਿਰ ਉੱਥੇ ਆਉਂਦੀ ਸੀ, ਪੁਲਿਸ ਆਪਣੀ ਸਹੀ ਤਰੀਕੇ ਨਾਲ ਜਿਹੜੀ ਜ਼ਿੰਮੇਵਾਰੀ ਨਿਭਾ ਨਹੀਂ ਰਹੀ ਜੀ। ਜੇ ਸਾਡੇ ਕੋਲ 80,000 ਪੁਲਿਸ ਹੈਗੀ ਆ, ਤਾਂ ਉਹਦੇ ਵਿੱਚ ਤੁਸੀਂ ਐਵਰੇਜ ਕੱਢ ਕੇ ਵੇਖ ਲਓ, 40,000 ਪੁਲਿਸ ਅਫਸਰ ਨਾਲ ਗਨਮੈਨ ਲੱਗੇ ਹੋਣਗੇ, ਲੀਡਰਾਂ ਨਾਲ ਗਨਮੈਨ ਲੱਗੇ, ਸਰਕਾਰੀ ਗਨਮੈਨ ਲੱਗੇ ਹੋਣਗੇ, ਸਾਬਕਾ ਗਨਮੈਨ ਲੱਗੇ ਹੋਣਗੇ, ਸਾਬਕਾ ਚੇਅਰਮੈਨ ਗਨਮੈਨ ਲੱਗੇ ਹੋਣਗੇ ਜੀ। ਤੇ ਜਿਹਦੀ ਮਿਲੇਗੀ ਪਹੁੰਚ ਹੈਗੀ ਉੱਪਰ ਥੋੜੀ ਜੀ, ਉਹ ਆਪਣੇ ਗਨਮੈਨ ਲੈ ਆਂਦਾ ਜੀ, ਮੈਂ ਜ਼ਿਲ੍ਹਾ ਪ੍ਰਧਾਨ ਹਾਂ ਜੀ, ਮੈਂ ਬਲਾਕ ਦਾ ਪ੍ਰਧਾਨ ਜੀ। ਕੁਛ ਤਾਂ ਮੰਗਵੇਂ ਵੀ ਦੇਣੇ ਹੁੰਦੇ ਆ ਨਾ ਰਿਸ਼ਤੇਦਾਰੀਆਂ 'ਚ। ਹਾਂਜੀ 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 ਹਾਂਜੀ। ਅੱਧੀ ਪੁਲਿਸ ਇਹਨਾਂ ਗਨਮੈਨਾਂ 'ਚ ਲੱਗੀ ਤੇ ਪੁਲਿਸ ਕਿੱਥੇ ਕਿੱਥੇ ਜਾ ਰਹੀ। 40,000 ਪੁਲਿਸ ਨਾਕਿਆਂ ਤੇ ਬੈਠੇ, ਥਾਣਿਆਂ 'ਚ ਰਵੇ। ਅੱਜ ਵੀ ਤੁਸੀਂ ਆਪਣੇ ਕਿਸੇ ਥਾਣੇ ਦੀ ਜਾ ਕੇ ਨਫਰੀ ਪਤਾ ਕਰ ਲਿਓ ਜੀ ਵੀ ਇਸ ਥਾਣੇ ਦੇ ਵਿੱਚ ਐਕਟ ਦੇ ਮੁਤਾਬਕ ਕਿੰਨੀ ਨਫਰੀ ਮਨਜ਼ੂਰ ਆ ਤੇ ਕਿੰਨੀ ਹੋਣੀ ਚਾਹੀਦੀ ਹੈ ਤੇ ਹੈਗੀ ਕਿੰਨੀ ਜੀ। ਤੀਜਾ ਐਸਾ ਨਫਰੀ ਨਹੀਂ ਥਾਣੇ 'ਚ ਹੈਗੀ ਅੱਜ ਵੀ, ਜਿੰਨੀ ਲੋੜੀਂਦੀ ਹੁੰਦੀ ਹੈ ਜੀ। ਤੇ ਇਸ ਕਰਕੇ ਇਹ ਘਟਨਾਵਾਂ ਵਾਪਰਦੀਆਂ ਰਹਿਣੀਆਂ। ਲੇਕਿਨ ਜਿਹੜੀ ਸੜਕਾਂ ਦੀ ਆਪਾਂ ਗੱਲ ਕੀਤੀ ਆ ਜੀ, ਐਵਰੇਜ ਜਦੋਂ ਆਮ ਰੂਟੀਨ ਦੇ ਵਿੱਚ ਜਿਹੜੇ ਸੀ 15 ਜਿਹੜੇ ਸੀ ਸਾਡੇ ਬੰਦੇ ਐਵਰੇਜ ਦਿਲ ਦੀ ਡੈਥ ਹੁੰਦੀ ਸੀ ਐਕਸੀਡੈਂਟ ਕਰਨ ਦੇ ਵਿੱਚ। ਜੀ। ਜਦੋਂ ਪੰਜਾਬ ਦੇ ਵਿੱਚ ਕਰਫਿਊ ਲੱਗ ਗਿਆ, ਫਿਰ ਵੀ ਬੱਸਾਂ ਚੱਲਦੀਆਂ, ਕੋਈ ਟਰੱਕ ਚੱਲਦੇ ਰਹੇ, ਉਹਨਾਂ ਦੇ ਵਿੱਚ ਜਿਹੜੀ ਸੀ 2 ਦੀ ਐਵਰੇਜ ਰਹੇਗੀ ਜੀ। ਤੇ ਹੁਣ ਫਿਰ ਜਿਹੜਾ ਕਰਫਿਊ ਢਿੱਲ ਦੇਣ ਦੇ ਨਾਲ ਇਹਦੀ 4 ਦੀ ਐਵਰੇਜ ਹੋ ਗਈ ਆ। ਤੇ ਜੇ ਇਦਾਂ ਵੱਧਦਾ ਗਿਆ ਤੇ ਵੇਖੋ ਇੰਨੇ ਬੰਦੇ ਤੇ ਕਰੋਨੇ ਨਾਲ ਨਹੀਂ ਮਾਰਨੇ ਚਾਹੀਦੇ, ਸਵੇਰੇ ਐਕਸੀਡੈਂਟ ਮਾਰਨੇ ਸ਼ੁਰੂ ਹੋ ਜਾਣੇ। ਇਹਦੇ ਤੇ ਕੋਈ ਕੰਟਰੋਲ ਹੋਣਾ ਚਾਹੀਦਾ, ਕਿਤੇ ਕਿਤੇ ਜਾ ਕੇ ਇਹਨਾਂ ਨੂੰ ਰੋਕਿਆ ਜਾਣਾ ਚਾਹੀਦਾ। ਭਾਈ ਤੁਸੀਂ ਸਪੀਡ ਘੱਟ ਰੱਖੋ, ਸਪੀਡ ਨਾਲ ਚੱਲੋ, ਚਲੋ ਸਪੀਡ ਨਾਲ ਬੇਸ਼ੱਕ ਚੱਲੋ, ਲੇਕਿਨ ਵੇਖੋ ਅਗਲੇ ਪਾਸੇ ਕੋਈ ਆਉਂਦਾ ਕਿ ਨਹੀਂ ਆਉਂਦਾ। ਸਾਡੇ ਕੋਈ ਤਾਰਾਂ ਤਾਂ ਲੱਗੀਆਂ ਨਹੀਂ ਸਾਈਡਾਂ ਤੇ, ਕੋਈ ਗਾਂ ਆ ਗਈ, ਕੋਈ ਕੁੱਤਾ ਆ ਗਿਆ, ਕੋਈ ਬੱਲਾ ਆ ਗਿਆ, ਬੰਦਾ ਵੈਸੇ ਹੀ ਘਬਰਾ ਜਾਂਦਾ ਵੇਖ ਕੇ। ਬਿਲਕੁਲ ਨਾ ਜੀ, ਬੰਦਾ ਤਾਂ ਉਦੋਂ ਤਾਂ ਗੱਡੀ ਤਾਂ ਭਜਾ ਲੈਂਦੇ, ਪਰ ਉਹ ਅਗਲਾ ਇਹ ਨਹੀਂ ਦੇਖਦਾ ਕਿ ਪੁਆਇੰਟ ਮਿਲੀਮੀਟਰ ਵੀ ਸਟੀਅਰਿੰਗ ਜਦੋਂ ਮੋੜਦੇ ਆ ਤੇ ਅੱਗੇ ਵੱਧ ਸਪੀਡ ਦੇ ਉੱਤੇ ਉਹਦਾ ਕੱਟ ਕਿੰਨਾ ਵੱਜਦਾ ਤੇ ਗੱਡੀ ਕਿੱਥੇ ਦੀ ਕਿੱਥੇ ਜਾਂਦੀ ਹੈ। ਗੱਡੀ ਭਜਾਉਣੀ ਸੌਖੀ ਆ। ਇਹ ਚੀਜ਼ਾਂ ਇਹ ਕਿਹੜਾ ਅਮਰੀਕਾ ਕੈਨੇਡਾ ਜਿੱਥੇ ਪੜਾਉਂਦੇ ਆ ਵੀ ਸਟੀਅਰਿੰਗ ਕਿੰਨੀ ਸਪੀਡ ਤੇ ਕਿੰਨਾ ਮੋੜਦੇ ਤਾਂ ਟਰਨਿੰਗ ਰੇਡੀਅਸ ਕੀ ਹੋ ਜਾਂਦਾ, ਇੱਥੇ ਤੱਕ ਗੇਅਰ ਕੀ ਕਹਿੰਦੇ ਪਾਉਣਾ ਸਿਖਾ ਦਿੰਦੇ ਆ, ਬ੍ਰੇਕਾਂ ਲਾਉਣੀਆਂ ਵੀ ਨਹੀਂ ਸਿਖਾਉਂਦੇ ਵੀ ਦੱਬੀ ਚੱਲ ਜੋ ਤੇਰਾ ਸਹਾਰਾ। ਆਪਾਂ ਕਾਲ ਲੈ ਲਈਏ ਜੀ, 92 164 ਤੇ ਹੈ ਜੀ, ਆਉਣੇ ਰੋ ਤੁਸੀਂ। ਸਤਿ ਸ਼੍ਰੀ ਅਕਾਲ ਜੀ। ਜੀ ਪੱਟੀ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਮਨਜੀਤ ਸਿੰਘ ਦਿੱਲੀੋਂ ਬੋਲਦਾ ਜੀ। ਪੱਟੀ ਜੀ, ਕੱਲ ਤੁਸੀਂ ਕੌਮੀ ਜਥੇਦਾਰ ਦੀ ਗੱਲ ਕਰ ਰਹੇ ਸੀ, ਇੱਕ ਤੇ ਤੁਸੀਂ 15 ਮਿੰਟ ਆਪਣੇ ਰਿਟਾਇਰਮੈਂਟ ਦੇ ਘਟਾ ਲਏ ਨੇ, ਉਹ ਵੀ ਤੁਸੀਂ ਗਲਤ ਕਰ ਰਹੇ ਹੋ, ਕਿਉਂਕਿ ਜਦ ਮੋਸ਼ਨ ਬਣਦਾ ਤੇ ਤੁਸੀਂ ਜਲਦੀ ਛੁੱਟੀ ਲੈਣ ਦੀ ਕੋਸ਼ਿਸ਼ ਕਰ ਰਹੇ ਹੋ। ਇਹ ਪਲੀਜ਼ ਧਿਆਨ ਕਰੋ ਕਿ ਥੋੜਾ ਟਾਈਮ ਆਪਣਾ ਵਧਾਓ। ਨਹੀਂ ਆਏ ਹੁੰਦਾ ਜੀ, ਅਸੀਂ ਅੱਗੇ ਵੀ ਮਨਜੀਤ ਸਿੰਘ ਜੀ, ਸਾਡੇ ਕੋਲੇ ਵੀ ਮਜਬੂਰੀਆਂ ਹੁੰਦੀਆਂ ਨੇ, ਟਾਈਮ ਜਿਹੜਾ ਹੈਗਾ ਹਰ ਚੀਜ਼ ਦਾ ਇੱਕ ਲਿਮਟਿਡ ਹੁੰਦਾ। ਕਈ ਵੀਰ ਇਹ ਗੱਲ ਕਰਦੇ ਕਿਉਂਕਿ ਸਾਨੂੰ ਇਸ ਚੀਜ਼ ਦਾ ਪਤਾ ਹੁੰਦਾ ਕਿ ਗੱਲ ਅਸੀਂ ਕਹਿ ਚੁੱਕੇ ਹਾਂ, ਠੀਕ ਹੈ ਜੀ। ਹਾਂ ਅਸੀਂ ਉਨੀ ਸਾਨੂੰ ਪਤਾ ਕਿ ਜੀ ਪੱਟੀ ਸਾਹਿਬ ਉਨੀ ਗੱਲ ਕਹਿ ਚੁੱਕੇ ਆ, ਤੁਸੀਂ ਗੱਲ ਸਮਝ ਗਏ, ਫਿਰ ਤਾਂ ਇੱਕ ਅੱਧੀ ਖਬਰ ਹੀ ਡਿਸਕਸ ਹੁੰਦੀ ਹੈ, ਅਸੀਂ ਲੰਮੀ ਗੱਲ ਜਿਹੜੀਆਂ ਹੋਰ ਨਹੀਂ ਮਸਲੇ ਹੱਲ ਕਰ ਜੀ। ਕੱਲ ਕੌਮੀ ਜਥੇਦਾਰ ਦੀ ਗੱਲ ਕਰ ਰਹੇ ਸੀ ਪੱਟੀ ਜੀ, ਤੇ ਬਿਲਕੁਲ ਨਾ ਠੀਕ ਹੈ ਵੀ ਆਪਣੇ ਆਕਾ ਕੋਲ ਪੁੱਛ ਕੇ ਕਰਾਂਗੇ। 6 ਮਹੀਨੇ ਹੋ ਗਏ ਦਿੱਲੀ ਗੁਰਦੁਆਰਾ ਕਮੇਟੀ ਦੀ ਕਮੇਟੀ ਬਣਨੀ ਸੀ, ਅਜੇ ਤੱਕ ਨਹੀਂ ਬਣ ਪਾਈ, ਤੇ ਕਰੋਨਾ ਦਾ ਬਹਾਨਾ ਕਦੇ ਕੋਈ ਬਹਾਨਾ। ਤੇ ਇਸ ਦੇ ਬਾਰੇ ਮੈਂ ਕਿਆ ਪੁੱਛਣਾ ਚਾਹੁੰਦਾ ਕਿ ਕਦ ਤੱਕ ਉਮੀਦ ਰੱਖੀਏ ਜੀ, ਕਿ ਉਮੀਦ ਨੂੰ ਸੰਡੇ ਬਸਤੇ ਦੱਸੋ ਜੀ ਪੱਟੀ ਸਾਹਿਬ। ਤੇ ਹਰਚਰਨ ਸਿੰਘ ਬਰਾੜ ਜੀ, ਤੁਸੀਂ ਵੀ ਕਾਲ ਕਰ ਲਿਓ ਜੀ, ਤੁਹਾਡੀ ਕਾਲ ਮਿਸ ਹੋ ਗਈ ਜੀ। ਇਹਦੇ ਵਿੱਚ ਹੋਇਆ ਇਹ ਸੀਗਾ ਵੀ ਇਹਨਾਂ ਨੇ ਮੰਗ ਕੀਤੀ ਸੀ, ਇੱਕ ਵਾਰੀ ਤੁਹਾਨੂੰ ਪਤਾ ਜਿਹੜੇ ਤਿੰਨੇ ਸਾਬਕਾ ਪ੍ਰਧਾਨ ਤੇ ਮੌਜੂਦਾ ਪ੍ਰਧਾਨ ਨੂੰ ਇੱਕ ਕੇਸ ਵਿੱਚ ਤਲਬ ਕੀਤਾ ਗਿਆ ਸੀ ਅਕਾਲ ਤਖਤ ਜੀ। ਉਹਦੇ ਵਿੱਚ ਸਰਨਾ ਸਾਹਿਬ ਦੋਨੇ ਭਰਾ ਆਏ ਸੀ, ਮਨਜੀਤ ਸਿੰਘ ਜੀਕੇ ਆਇਆ ਸੀ, ਮਨਜਿੰਦਰ ਸਿੰਘ ਸਿੱਸ ਆਇਆ ਸੀ।
ਤੇ ਮਨਜਿੰਦਰ ਸਿੰਘ ਸਿਰਸੇ ਨੂੰ ਪਹਿਲਾਂ ਸਮਝਾਤਾ ਗਿਆ ਵੀ ਤੂੰ ਬੋਲਣਾ ਨਹੀਂ ਅੱਜ। ਅੱਛਾ ਜੀ। ਤੂੰ ਬੋਲਿਆ ਤੇ ਸਮੇਂ ਨੇ ਤੇ ਰਸਮ ਲੈ ਕੇ ਚੜ ਜਾਣਾ। ਠੀਕ ਹੈ, ਉਹ ਬੋਲਿਆ ਹੀ ਨਹੀਂ ਜੀ। ਬੋਲਣ ਤੋਂ ਬਾਅਦ ਗੱਲ ਚੱਲੀ ਸੀ ਭ੍ਰਿਸ਼ਟਾਚਾਰ ਦੀ ਜੀ। ਤੇ ਸਰਨਾ ਸਾਹਿਬ ਨੇ ਇਹ ਮੰਗ ਕੀਤੀ ਸੀ ਵੀ ਜਹੇਦਾਰ ਜੀ ਇੱਕ ਕਮੇਟੀ ਬਣਾ ਕੇ ਤੁਸੀਂ ਜਿਹੜੀ ਹੈ ਨਾ, ਜੇ ਕਿਤੇ ਪੜਤਾਲ ਦਿੱਲੀ ਕਮੇਟੀ ਦੀ ਕਰਾ, ਜਿਹੜੀਆਂ ਰੋਜ਼ ਸ਼ਿਕਾਇਤਾਂ ਆਉਂਦੀਆਂ ਜੀ ਭ੍ਰਿਸ਼ਟਾਚਾਰ, ਉਹ ਸੱਚਾਈ ਸਾਹਮਣੇ ਆ ਜਾਊਗੀ, ਸੰਗਤਾਂ ਨੂੰ ਪਤਾ ਲੱਗ ਜਾਏਗਾ। ਉਹਨਾਂ ਨੇ ਕਿਹਾ ਜੀ ਮੈਂ ਇੱਕ ਕਮੇਟੀ ਜਲਦੀ ਵਿਦਨ ਵੀਕ ਕਮੇਟੀ ਬਣਾ ਦੂੰਗਾ ਤੇ ਤੁਸੀਂ ਚਿੰਤਾ ਨਾ ਕਰੋ। ਮੁੜ ਕੇ ਜਹੇਦਾਰ ਸਾਹਿਬ ਵਿਦੇਸ਼ ਚਲੇ ਗਏ, 2 ਹਫ਼ਤੇ ਲੰਘੇ, 3 ਲੰਘੇ, 3 ਹਫ਼ਤੇ ਲੱਗਣ ਤੋਂ ਬਾਅਦ ਮੁੜ ਕੇ ਕਰੋਨੇ ਦਾ ਪੈ ਗਿਆ ਸਿੜੀ ਸਿਆਪਾ ਜਿਹਾ ਜੀ। ਉਹ ਕਮੇਟੀ ਜੇ ਪੈਂਡਿੰਗ ਆ ਜੀ। ਉਦੋਂ ਉਹਨਾਂ ਨੇ ਕਿਹਾ ਸੀ ਟਾਈਮ ਬਾਉਂਡ ਕੀਤਾ ਸੀ ਵੀ 3 ਮਹੀਨਿਆਂ ਦੇ ਵਿੱਚ ਅਸੀਂ ਕਮੇਟੀ ਦੀ ਰਿਪੋਰਟ ਲੈ ਕੇ ਅਗਲਾ ਐਕਸ਼ਨ ਕਰ ਦਿਆਂਗੇ ਜੀ। ਉਹਨਾਂ ਪਿਛਲੇ ਅੱਜ ਦਾ ਨਹੀਂ ਸੀ ਕਿਹਾ, ਉਹਨਾਂ ਕਿਸੇ 10-15 ਸਾਲ ਦਾ ਪਿੱਛੇ ਪੂਰੀ ਦੀ ਪੂਰੀ ਤੁਸੀਂ ਪੜਤਾਲ ਕਰੋ ਤਾਂ ਉਹਦੇ ਵਾਸਤੇ ਉਹਨਾਂ ਬੰਦੇ ਵੀ ਤਿਆਰ ਕਰ ਲਏ ਸੀਗੇ ਜੀ। ਤੇ ਮੈਂ ਉਹਨਾਂ ਨੂੰ ਸੁਝਾਅ ਕੇ ਦਿੱਤਾ ਸੀ, ਮੈਂ ਕਿਹਾ ਜੀ ਤੁਸੀਂ ਇਹ ਨਾ ਕਰੋ ਵੀ ਤੁਸੀਂ ਆ ਦਿੱਲੀ ਕਮੇਟੀ ਦੇ ਮੈਂਬਰ ਪਾ ਦਿਓ, SCBC ਮੈਂਬਰ ਪਾ ਦਿਓ ਜੀ। ਉਹ ਬੰਦੇ ਪਾਇਓ ਜਿਹੜੇ ਬੰਦੇ ਇਸ ਮਹਿਕਮੇ ਨਾਲ ਕਿਤੇ ਕੰਮ ਕੀਤਾ ਉਹਨਾਂ ਨੇ ਕੋਈ ਜੀ, ਜਿਹੜੇ ਅਰਥ ਵਿਵਸਥਾ 'ਚ ਰਹੇ ਨੇ, ਜਿਹਨਾਂ ਨੂੰ ਪਤਾ ਗੁਰਦੁਆਰਾ ਐਕਟ ਕੀ ਹੁੰਦਾ, ਗੁਰਦੁਆਰੇ 'ਚ ਕੰਮ ਕਿਵੇਂ ਚੱਲਦੇ, ਉਹ ਬੰਦੇ ਪਾਇਆ ਤੁਸੀਂ ਕੋਈ ਨਾ ਕੋਈ। ਤੇ ਫਿਰ ਕਰਾ ਉਹਨਾਂ ਕਹਾ ਜੀ ਅਸੀਂ ਏਦਾਂ ਹੀ ਕਰਾਂਗੇ, ਅਸੀਂ ਬੰਦੇ ਅਸੀਂ ਪਿਕ ਕਰ ਰਹੇ ਉਹ ਬਣਾਵਾਂ ਕਮੇਟੀ, ਲੇਕਿਨ ਉਹ ਮੁੜ ਕੇ ਕਮੇਟੀ ਬਣੀ ਨਹੀਂ ਤੱਕ। ਏਦਾਂ ਦੀ ਗੱਲ ਠੀਕ ਆ ਜੀ। ਉਹ ਹੁਣ ਲੱਗਦੀ ਫੂਕਾ ਤੇ ਪੈ ਗਈ, ਉਹ ਬਣਦੀ ਕਿ ਨਹੀਂ ਬਣਦੀ ਇਹ ਨਹੀਂ ਪਤਾ, ਲੇਕਿਨ ਇੱਕ ਦੂਜੇ ਤੇ ਇਲਜ਼ਾਮ ਬਾਦੀ ਲੱਗਦੇ ਰਹੇਗੀ, ਤੂੰ ਖਾ ਗਿਆ, ਮੈਂ ਖਾ ਗਿਆ, ਉਹ ਖਾ ਗਿਆ, ਇਹ ਖਾ ਗਿਆ ਜੀ। ਤੇ ਹੁਣ ਥੋੜਾ ਜਿਹਾ ਸਾਨੂੰ ਦੱਸ ਦਿਓ ਜੀ, ਅੰਮ੍ਰਿਤਸਰ ਸ਼ਹਿਰ ਵਾਰਡ ਵਿੱਚ ਖੁੱਲੂਗਾ, ਜ਼ੋਨਾਂ ਵਿੱਚ ਖੁੱਲੂਗਾ, ਤੇ ਸ਼ਰਾਬ ਦੀ ਆਨਲਾਈਨ ਡਿਲੀਵਰੀ ਨੂੰ ਲੈ ਕੇ ਕੀ ਪ੍ਰਤੀਕਰਮ ਆ ਰਿਹਾ ਜੀ ਸੁਸਾਇਟੀ ਤੋਂ? ਵੇਖੋ ਜੀ, ਸ਼ਰਾਬ ਨੂੰ ਆਨਲਾਈਨ ਡਿਲੀਵਰੀ ਜਿਹੜੀ ਪੰਗਾ ਕਿੱਥੋਂ ਪਿਆ ਸੀਗਾ? ਪੰਗਾ ਤੇ ਤੋਂ ਪਿਆ ਸੀ ਕਰਨ ਅਵਤਾਰ ਨਾਲ ਵੀ ਭਾਈ ਅਸੀਂ ਸ਼ਰਾਬ ਬਾਰੇ ਤਾਂ ਡਿਸਕਸ ਕਰਨਾ ਚਾਹੁੰਦੇ ਆ ਵੀ 24 ਮਾਰਚ ਤੋਂ ਲੈ ਕੇ 31 ਮਾਰਚ ਤੱਕ ਜਿਹੜੇ ਸ਼ਰਾਬ ਦੇ ਠੇਕੇ ਨੇ ਸ਼ਰਾਬ ਨਹੀਂ ਵਿਕੀ ਉਹਨਾਂ ਨੂੰ ਮੁਆਵਜ਼ਾ ਦੇਣਾ ਚਾਹੁੰਦੇ ਜੀ। ਉਹਨੇ ਕਹਿਤਾ ਜੀ ਅਸੀਂ ਪਾਲਿਸੀ ਬਣਾ ਚੁੱਕੇ ਆ। ਮੰਗੇ ਦੱਸੋ ਪਿਆ ਨਾ ਇੰਨੀ ਗੱਲ ਤੋਂ ਵੀ ਤੂੰ ਕੋਲ ਪਾਲਿਸੀ ਬਣਾਉਣਾ ਹੋਵੇ, ਸਰਕਾਰ ਸਾਡੀ ਸਭ ਕੁਝ ਤੂੰ ਕੋ ਪਾਲਿਸੀ ਬਣਾਉਣਾ ਹੋਵੇ ਜੀ, ਰੌਲਾ ਤੋਂ ਪਿਆ ਸੀਗਾ। ਲੇਕਿਨ ਉਹ ਮੰਤਰੀ ਚਾਹੁੰਦੇ ਸੀ ਵੀ ਜਿਹਦਾ ਨੁਕਸਾਨ ਠੇਕੇਦਾਰ ਹੋਇਆ ਉਹਨਾਂ ਦੀ ਭਰਵਾਈ ਕੀਤੀ ਜਾਵੇ ਤੇ ਕਰਨ ਅਵਤਾਰ ਇਸ ਲਈ ਤਿਆਰ ਨਹੀਂ ਸੀਗਾ। ਉਹ ਕਹਿੰਦੇ ਸੀ ਮੈਂ ਆਪੇ ਕਰੂੰਗਾ ਜੋ ਕਰੂੰਗਾ, ਜਿਹਨੂੰ ਦੇਣਾ ਮੈਂ ਦੇ ਦੂੰਗਾ, ਕੋਈ ਗੱਲ ਨਹੀਂ। ਜਿੱਥੋਂ ਪੰਗਾ ਪਿਆ ਸੀ ਇਸ ਵੇਲੇ ਜਿਹੜੀ ਤੁਸੀਂ ਸਪਲਾਈ ਦੀ ਗੱਲ ਕਰਦੇ ਹੋ, ਜਦੋਂ ਖੁੱਲ ਗਈਆਂ ਦੁਕਾਨਾਂ ਖੁੱਲ ਗਈਆਂ ਤੇ ਫਿਰ ਮੇਰੇ ਤੋਂ ਜਿਹੜੀ ਉਹ ਸਪਲਾਈ ਦੇਣ ਦੀ ਜਿਹੜੀ ਹੋਮ ਡਿਲੀਵਰੀ ਦੀ ਲੋੜ ਹੀ ਨਹੀਂ ਪੈਣੀ ਜੀ। ਜੀ ਕਿਉਂ ਨਹੀਂ ਲੋੜ ਪੈਣੀ? ਵੀ ਇਹਨਾਂ ਨੇ 3 ਕੈਟੇਗਰੀ ਬਣਾਤੀਆਂ ABC ਜੀ। ਜਿਹੜੇ ਦੁਕਾਨਦਾਰ ਅੱਜ ਵੀ ਆਏ ਕੱਲ ਨੂੰ ਕਹਿਤਾ ਭਾਈ ਤੇਰੀ ਇਸ ਦਿਨ ਤੇਰਾ C ਨੰਬਰ ਪੈਂਦਾ, ਤੇਰੀ ਇਸ ਦਿਨ ਦੁਕਾਨ ਖੁੱਲੇਗੀ, ਇਹਨੂੰ ਕਹਿੰਦਾ ਤੇਰੀ ਇਸ ਦਿਨ ਖੁੱਲੇਗੀ, ਇਹਨੂੰ ਕਹਿੰਦਾ ਤੇਰੀ ਇਸ ਦਿਨ ਖੁੱਲੇਗੀ। ਜਿਵੇਂ ਹਾਲ ਬਾਜ਼ਾਰ ਤੁਸੀਂ ਵੇਖਿਆ ਵਾ, ਉਹਨਾਂ ਨੇ ਕਹਿਤਾ ਵੀ ਇਹਦਾ ਇੱਕ ਪਾਸਾ ਇੱਕ ਦਿਨ ਖੁੱਲੇਗਾ, ਦੂਸਰਾ ਪਾਸਾ ਦੂਜੇ ਦਿਨ ਖੁੱਲੇਗਾ। ਅੱਛਾ ਜੀ। ਕਿ ਰਸ਼ ਤੋਂ ਬਚਣਾ, ਰਸ਼ ਨਾ ਹੋਵੇ, ਨਾਲ ਹਰ ਇੱਕ ਨੇ ਮਾਸਕ ਪਾਇਆ ਹੋਵੇ ਤੇ ਜਿਹੜੀ ਤੜੀ ਹੈਗੀ ਫਿਜ਼ੀਕਲ ਡਿਸਟੈਂਸ ਬਣਾਇਆ ਹੋਵੇ ਜੀ। ਇਸ ਕਰਕੇ ਅੰਮ੍ਰਿਤਸਰ ਸ਼ਹਿਰ ਜੇ ਨਾ ਖੋਲਦੇ ਤੇ ਲੋਕਾਂ ਨੇ ਆਪ ਹੀ 2 ਦਿਨ ਖੋਲ ਲਿਆ ਵੀ ਜੋ ਉਹ ਤਾਂ ਸਾਰਿਆਂ ਨੇ ਖੋਲ ਲੈਣੇ ਸੀਗੇ ਜੀ, ਸਾਰੇ ਖੋਲਣੇ ਪੈਣੇ ਸੀ। ਪਰਚੇ ਕਰਦੇ ਸਾਡੇ ਤੋਂ ਤੁਸੀਂ, ਲੇਕਿਨ ਉਹ ਚੰਗਾ ਕੀਤਾ ਪ੍ਰਸ਼ਾਸਨ ਨੇ ਇਹ ਜਿਹੜਾ ਸੀ ਇਸ ਵੇਲੇ ਜਿਹੜਾ ਉਹ ਫੈਸਲਾ ਲੈ ਲਿਆ ਵੀ ਇਹਨਾਂ ਨੂੰ ਖੋਲ ਦਿੱਤਾ ਜਾਵੇ, ਕਿ ਲੋਕ ਘਰੇ ਤੰਗ ਹੋਏ ਬੈਠੇ ਪਏ ਨੇ ਇਸ ਵੇਲੇ, ਕਰੀਏ ਇਸੇ ਕੀ ਨਾ ਕਰੀਏ ਅਸੀਂ ਜੀ। ਜੀ ਜੀ ਸੋ ਬਹੁਤ ਬਹੁਤ ਮਿਹਰਬਾਨੀ। ਆਖਰੀ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਜੀ, ਤੁਹਾਡੀ ਪ੍ਰੈਸ ਦੀ ਆਜ਼ਾਦੀ ਜਿਹੜਾ ਖਤਰਾ ਹੋਇਆ ਪਤਾ ਇਸ ਗੱਲ ਦਾ? ਨਹੀਂ ਦੱਸ ਦਿਓ। ਤਾਂ ਖਤਰਾ ਤਾਂ ਹਮੇਸ਼ਾ ਹੀ ਹੁੰਦਾ ਜੀ ਸਾਨੂੰ। ਇੱਕ ਗੁਜਰਾਤ ਦੇ ਵਿੱਚ ਪੋਰਟਲ ਫੇਸ ਆਫ ਦਾ ਨੇਸ਼ਨ, ਅੱਛਾ ਜੀ, ਉਹਦਾ ਸੰਪਾਦਕ ਆ ਧਮਨ ਪਟੇਲ, ਉਹਦੇ ਵਿਰੁੱਧ ਫੌਜਦਾਰੀ ਕੇਸ ਦਰਜ ਕੀਤਾ ਗਿਆ ਵਾ ਜੀ। ਉਹਨੇ ਆਪਣੇ ਪੋਰਟਲ ਤੇ 7 ਮਈ ਨੂੰ ਪਾਇਆ ਸੀ ਵੀ ਜਿਹੜਾ ਮੌਜੂਦਾ ਮੁੱਖ ਮੰਤਰੀ ਵਿਜੇ ਰੁਪਾਲੀਆ ਉਹਦੀ ਕਾਰਗੁਜ਼ਾਰੀ ਤੋਂ BJP ਸੰਤੁਸ਼ਟ ਨਹੀਂ ਤੇ ਕਿਸੇ ਵੇਲੇ ਵੀ ਜਿਹੜਾ ਇਹ ਬਦਲਿਆ ਜਾ ਸਕਦਾ ਵਾ ਜੀ। ਹੁਣ ਇਹਨਾਂ ਨੂੰ ਚੰਗਾ ਨਹੀਂ ਲੱਗਾ, ਇਹਨਾਂ ਚੁੱਕ ਕੇ ਉਹਦੇ ਖਿਲਾਫ ਜਿਹੜਾ 124 ਦੇਸ਼ ਧਰੋਹ ਅਤੇ ਡਿਜ਼ਾਸਟਰ ਮੈਨੇਜਮੈਂਟ ਐਕਟ ਦੀ ਧਾਰਾ 53 ਕਿਸੇ ਆਪ ਅਸਲ ਝੂਠੀ ਖਬਰ ਦੇਣਾ, ਅਫਵਾਹ ਫੈਲਾਉਣਾ, ਅੱਛਾ ਜੀ, ਉਹਦੇ ਤਹਿਤ ਮੁਕੱਦਮਾ ਦਰਜ ਕਰ ਲਿਆ। ਤੇ ਜਿਹੜੇ ਕੀ ਕਹਿੰਦੇ ਚਿੱਪਾਂ ਲਾਈ ਜਾਂਦੇ ਸੀ ਨੋਟਾਂ ਦੇ ਵਿੱਚ, ਕੀ ਕਹਿੰਦੇ ਉਹਨਾਂ ਦੇ ਫਿਰ ਕੀ ਬਣੂਗਾ ਜੀ? ਅੱਜ ਤੱਕ ਵਾਲੇ ਤਾਂ ਚਿੱਪਾਂ 2000 ਦੇ ਨੋਟ ਤੇ ਚਿੱਪ ਲਾਉਂਦੇ ਸੀ ਵੀ ਇੰਨੇ ਫੁੱਟ ਡੂੰਘਾ ਫੜ ਲੂ। ਉਹ ਬੰਦੇ ਆਪਣੇ ਨੇ ਜੀ, ਆਪਣੇ ਦਾ ਖਿਆਲ ਰੱਖਣਾ ਪੈਂਦਾ ਨਾ ਆਪਾਂ ਨੂੰ। ਗੱਲ ਤੇ ਆ ਇਹਦੇ ਵਿੱਚ ਜੇ ਆਪਾਂ ਗੱਲ ਕਰੀਏ ਵੀ 2018 ਦੇ ਵਿੱਚ 21ਵੇਂ ਲਾਅ ਕਮਿਸ਼ਨ ਨੇ ਸਪਸ਼ਟ ਕੀਤਾ ਹੈ ਕਿ ਸਰਕਾਰ ਜਾਂ ਰਿਆਸਤ ਸਟੇਟ ਦੀ ਆਲੋਚਨਾ ਕਰਨਾ ਦੇਸ਼ ਧਰੋਹ ਨਹੀਂ ਜੀ। ਸੁਪਰੀਮ ਕੋਰਟ ਨੇ ਵੀ ਆਪਣੀਆਂ ਵੱਖ-ਵੱਖ ਫੈਸਲਿਆਂ 'ਚ ਬਲਵੰਤ ਸਿੰਘ ਵਰਗੇ ਸਟੇਟ ਆਫ ਦਾ ਪੰਜਾਬ ਇਹਦੇ ਵਿੱਚ ਉਹਨਾਂ ਕਹਿਤਾ ਵੀ ਇਸ ਤਰ੍ਹਾਂ ਦੀ ਕੋਈ ਵੀ ਜਿਹੜੀ ਤੁਹਾਡੀ ਆ ਖਬਰ ਜਿਹੜੀ ਆ ਉਹ ਦੇਸ਼ ਧਰੋਹ ਨਹੀਂ ਬਣ ਸਕਦੀ ਜੀ।
ਲੇਕਿਨ ਤਕੜੇ ਦਾ 37 ਵੀ 100 ਹੁੰਦਾ। ਉਸ ਸੰਪਾਦਕ ਦੇ ਖਿਲਾਫ ਪਰਚਾ ਦਰਜ ਹੋ ਗਿਆ। ਹੁਣ ਰੌਲਾ ਪੈ ਰਿਹਾ ਵਾ ਆਉਣ ਵਾਲੇ ਦਿਨਾਂ 'ਚ ਉਹਦਾ ਪਰਚਾ ਖਾਰਜ ਹੁੰਦਾ ਜਾਂ ਨਹੀਂ ਹੁੰਦਾ ਜੀ, ਕਿ ਪੋਲੀਟੀਕਲ ਬੰਦੇ ਆਪਣੀ ਫਿਰ ਜਿਹੜੀ ਪ੍ਰੈਸ ਇਸ਼ੂ ਬਣਾ ਲੈਂਦੇ ਆ। ਤੇ ਜੇ ਕਿਤੇ ਅਖਬਾਰਾਂ ਵਾਲੇ ਇਕੱਠੇ ਨਾ ਹੋਏ ਇੱਕ ਇੱਕ ਕਰਕੇ ਸਾਰੇ ਮੱਜ ਜਾਣਗੇ ਨਿਹੰਗ ਦੇ ਬਾਟਿਆਂ ਨੂੰ। ਦੱਸੋ ਇਹ ਤਾਂ ਮਾਂ ਜੀ ਦੇਣੇ ਜੀ ਇਹਨਾਂ ਨੇ। ਸੋ ਮਿਹਰਬਾਨੀ ਜੀ ਤੁਹਾਡੀ ਸ਼ੁਕਰੀਆ ਭੱਟੀ ਸਾਹਿਬ। ਤੇ ਬ੍ਰੇਕ ਲੈਂਦੇ ਤੇ ਬ੍ਰੇਕ ਤੋਂ ਬਾਅਦ ਸੀਨੀਅਰ IAS ਅਧਿਕਾਰੀ ਤੇ ਕਾਨ ਸਿੰਘ ਪੰਨੂ ਹੋਰੀ ਆਪਣੇ ਨਾਲ ਜੁੜਨਗੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਕਰੋਨਾ ਦੇ ਖੁੱਲਣ ਤੋਂ ਬਾਅਦ ਜਿਹੜੀਆਂ ਮਠਿਆਈ ਦੀਆਂ ਦੁਕਾਨਾਂ ਖੁੱਲਣੀਆਂ ਨੇ ਉਹਨਾਂ ਬਾਰੇ ਉਹਨਾਂ ਦਾ ਕੀ ਕਹਿਣਾ ਹੈ। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 5196220660 ਜਾਂ quicktrucklube.com। QTL because we care। ਬੇਕਰਸਫੀਲਡ ਵਿਖੇ ਯੂਨੀਅਨ ਅਤੇ ਪਲਾਨਸ ਰੋਡ ਦੇ ਕਾਰਨਰ ਤੇ ਖੁੱਲ ਗਿਆ ਹੈ ਨਵਾਂ ਟਰੱਕ ਸਟਾਪ ਯੂਨੀਅਨ ਵਿਲੇਜ, ਜਿੱਥੇ ਮਿਲਦਾ ਹੈ ਵਧੀਆ ਗੈਸ ਅਤੇ ਬਿਨਾਂ ਬਾਇਓਡੀਜ਼ਲ ਦੇ ਵਧੀਆ ਤੇ ਸਸਤਾ ਡੀਜ਼ਲ। ਹਰ ਤਰ੍ਹਾਂ ਦੀ ਗਰੋਸਰੀ, ਚਾਈਨੀਜ਼ ਅਤੇ ਇੰਡੀਅਨ ਰੈਸਟੋਰੈਂਟ, ਜਿੱਥੇ ਮਿਲੇਗਾ ਵਧੀਆ ਖਾਣਾ। 2 ਪਰੌਂਠੇ ਸਿਰਫ 499 ਚ। ਟਰੱਕ ਡਰਾਈਵਰ ਵੀਰਾਂ ਲਈ 2 ਗੋ ਅਤੇ ਬੈਠ ਕੇ ਖਾਣ ਲਈ ਵਧੀਆ ਜਗ੍ਹਾ। ਨਵੇਂ ਅਤੇ ਪੁਰਾਣੇ ਟਾਇਰਾਂ ਲਈ ਅਤੇ ਟਰੱਕਾਂ ਦੀ ਮਾਈਨਰ ਰਿਪੇਅਰ ਲਈ ਅੱਜ ਹੀ ਕਾਲ ਕਰੋ ਸੁਖੀ ਘੁੰਮਣ 661-885 8858 661 885 8858। ਐਡਰੈਸ 2201 ਸਾਊਥ ਯੂਨੀਅਨ ਐਵੇਨਿਊ, ਬੇਕਰਸਫੀਲਡ, ਕੈਲੀਫੋਰਨੀਆ 93307। ਯੂਨੀਅਨ ਵਿਲੇਜ। PGI ਚੰਡੀਗੜ੍ਹ ਅਤੇ ਮੈਕਸ ਹਸਪਤਾਲ ਬਠਿੰਡਾ ਦੇ ਮਾਨਸਿਕ ਰੋਗਾਂ ਅਤੇ ਨਸ਼ਾ ਛੁਡਾਉਣ ਦੇ ਮਾਹਿਰ ਡਾਕਟਰ ਸਤੀਸ਼ ਥਾਪਰ ਹੁਣ ਆਪਣੇ ਕਲੀਨਿਕ ਵਿੱਚ ਹਰ ਰੋਜ਼ ਸਵੇਰੇ 9 ਵਜੇ ਤੋਂ 12 ਵਜੇ ਤੱਕ ਅਤੇ ਫਿਰ 2 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਸਲਾਹ ਲਈ ਮਿਲਣਗੇ। ਪਤਾ ਨੋਟ ਕਰ ਲਓ, ਡਾਕਟਰ ਸਤੀਸ਼ ਥਾਪਰ, ਇੰਟੀਗ੍ਰੇਟਿਵ ਸਾਈਕੈਟ੍ਰਿਕ ਕੇਅਰ, ਸਾਹਮਣੇ ਗੁਰਦੁਆਰਾ ਸਾਹਿਬ, ਨਾਮਦੇਵ ਰੋਡ, ਬਠਿੰਡਾ। ਸੰਪਰਕ ਨੰਬਰ 9814 32345 ਯਾਨੀ ਕਿ 98142 32345। JB Truck Repair, Yuba City, Certified Cummins, Detroit Freightliner, Western Star, Volvo, Caterpillar ਅਤੇ Series 60 ਇੰਜਨਸ, ਇੰਟਰਨੈਸ਼ਨਲ ਅਤੇ ਆਟੋਮੈਟਿਕ ਟਰਾਂਸਮਿਸ਼ਨਸ। 5 ਸਾਲ ਦਾ ਫਰੇਟਲਾਈਨ ਡੀਲਰਸ਼ਿਪ ਦਾ ਐਕਸਪੀਰੀਅੰਸ। ਇਹ ਇੰਜਨ, ਟਰੱਕ, ਟ੍ਰੇਲਰ, AC, ਇਲੈਕਟ੍ਰੀਕਲ, DPF, DEF ਰਿਪੇਅਰ ਕਰਦੇ ਹਨ। ਟਰਾਂਸਮਿਸ਼ਨ, ਰੀਅਰ ਐਂਡ, ਬ੍ਰੇਕਸ, ਆਇਲ ਚੇਂਜ ਕਰ ਦਿੰਦੇ ਹਨ। ਸਰਟੀਫਾਈਡ 90 ਡੇ DOT ਇੰਸਪੈਕਸ਼ਨ ਅਤੇ ਸਰਟੀਫਾਈਡ ਐਨੂਅਲ ਫੈਡਰਲ DOT ਇੰਸਪੈਕਸ਼ਨ ਕਰਦੇ ਹਨ। 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7। ਨਵੇਂ ਕਸਟਮਰਸ ਲਈ 10% ਡਿਸਕਾਊਂਟ। ਹਫਤੇ ਦੇ 7 ਦਿਨ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916 696 0634 ਜਾਂ ਜਗਰਾਜ ਬਲ 530 339 15। ਐਡਰੈਸ 3894 ਰੇਲ ਰੋਡ ਐਵੇਨਿਊ, ਯੂਬਾ ਸਿਟੀ। ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ।